ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 138 ਤੇ ਅੱਧ ਟੱਪ ਕੇ ਮਹਿਲਾ ਦੂਜਾ। ਦੇਂਦੇ ਥਾਮੋਂ ਦਿੱਤਾ ਚੰਗਾ, ਮਨੁੱਖ ਐਸਾ ਜਾਣੀਐ। ਸੁਰਤ ਮਤ ਚਤੁਰਾਈ ਤਾਕੀ, ਕਿਆ ਕਰ ਆਖ ਵਖਾਣੀਐ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚਉ ਆਹਜ ਟਿਪੀ। ਕੁੰਡੀ ਡੱਡਨ ਬਿਹਾਰੀ ਬਿੰਦੀ, ਸੋ ਚਉ ਕੁੰਡੀ ਜਾਣੀਐ। ਜੋ ਧਰਮ ਕਮਾਵੇ, ਤਿਸ ਧਰਮ ਨਾਉ ਹੋਵੇ। ਪਾਪ ਕਮਾਣੈ ਪਾਪੀ ਜਾਣੀਐ। ਤੂੰ ਆਪੇ ਖੇਲ ਕਰੈ ਸਭ ਕਰਤੇ, ਕਿਆ ਦੂਜਾ ਆਖ ਵਖਾਣੀਐ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ। ਬਿਨ ਜੋਤੀ ਕੋਈ ਕਿਛ ਕਰਿਓ, ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ, ਨਦਰੀ ਨਾਨਕ ਗੁਰਮੁਖ ਨਦਰੀ ਆਇਆ। ਹਰ ਇੱਕੋ ਸੁਗੜ ਸੁਜਾਣੀ ਹੈ। ਮਹਿਲਾ ਦੂਜਾ ਦਾ ਮਤਲਬ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ। ਉਹ ਦੱਸਦੇ ਨੇ ਮਨਮੁਖ ਕਿਹਨੂੰ ਕਹਿੰਦੇ ਨੇ। ਦੇਂਦੇ ਥਾਂ ਦਿੱਤਾ ਚੰਗਾ, ਮਨਮੁਖ ਐਸਾ ਜਾਣ। ਦੇਣ ਵਾਲੇ ਨਾਲੋਂ ਜੋ ਉਸਨੇ ਦਾਤ ਦਿੱਤੀ ਹੈ, ਜਿਹੜਾ ਉਸ ਨੂੰ ਚੰਗਾ ਸਮਝੇ। ਦਾਤੇ ਨਾਲੋਂ ਜਿਹੜਾ ਦਾਤ ਨੂੰ ਚੰਗਾ ਸਮਝੇ, ਉਸ ਨੂੰ ਮਨਮੁਖ ਕਿਹਾ ਜਾਂਦਾ। ਕਿਉਂਕਿ ਮਨਮੁਖ ਪਰਮਾਤਮਾ ਨਾਲ ਉਹਦਾ ਕੋਈ ਲੈਣਾ ਦੇਣਾ, ਉਹਦਾ ਦਾਤਾ ਨਾਲ ਮਤਲਬ ਹੈ। ਉਹ ਇਹ ਨਹੀਂ ਦੇਖਦਾ ਕਿ ਦਾਤ ਦਿੱਤੀ ਕਿੰਨੇ ਹੈ। ਦਾਤੇ ਨਾਲੋਂ ਦਾਤ ਨੂੰ ਪਿਆਰੀ ਸਮਝਣ ਵਾਲਾ ਬੰਦਾ ਮਨੁੱਖ ਕਿਹਾ ਜਾਂਦਾ। ਦਿੰਦੇ ਥਾਂ ਦਿੱਤਾ ਜਾਂਦਾ। ਦੇਣ ਵਾਲੇ ਨਾਲੋਂ ਜੋ ਦਿੱਤਾ ਹੈ, ਉਸ ਨੂੰ ਜਿਹੜਾ ਚੰਗਾ ਸਮਝਦਾ ਹੈ, ਮਨੁੱਖ ਐਸਾ ਜਾਣੀ। ਇਹੋ ਜਿਹੇ ਬੰਦੇ ਨੂੰ ਮਨਮੁਖ ਕਿਹਾ ਜਾਂਦਾ ਹੈ। ਸੁਰਤ ਮਤ ਚਤੁਰਾਈ ਤਾਕੀ, ਕਿਆ ਕਰ ਆਖ ਵਖਾਣੀ। ਸੁਰਤ ਹੁੰਦੀ ਸੋਝੀ। ਉਹਦੀ ਸੋਝੀ ਨੂੰ, ਉਹਦੀ ਮਤ ਨੂੰ, ਉਹਦੀ ਚਤੁਰਾਈ ਸਿਆਣਪ ਨੂੰ ਕੀ ਕਹਿ ਕੇ ਕਹੀਏ, ਦਸੀਏ। ਕਿਉਂਕਿ ਉਹਦੀ ਜਿਹੜੀ ਸੋਝੀ ਹੈ, ਉਹਦੀ ਜਿਹੜੀ ਮਤ ਹੈ, ਉਹਦੀ ਜਿਹੜੀ ਸਿਆਣਪ ਹੈ, ਉਹ ਮਨਮੁਖਾਂ ਵਾਲੀ ਹੈ। ਉਹ ਗੁਰਮੁਖਾਂ ਵਾਲੀ ਤਾਂ ਹੈ ਹੀ ਨਹੀਂ ਹੈ। ਕਿਉਂਕਿ ਉਹ ਦਾਤੇ ਨਾਲੋਂ ਦਾਤ ਨੂੰ ਪਿਆਰੀ ਸਮਝ ਰਿਹਾ, ਵਧੀਆ ਸਮਝ ਰਿਹਾ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚਹੁ ਕੁੰਡੀ ਜਾਣੀਐ। ਮਨਮੁਖ ਲੋਕਾਂ ਤੋਂ ਲੁਕਾ ਕੇ, ਅੰਦਰ ਬਹਿ ਕੇ ਲੋਕਾਂ ਤੋਂ ਲੁਕਾ ਕੇ ਕਰਮ ਕਮਾਵੇ, ਕਰਮ ਕਰਦਾ ਹੈ। ਸੋ ਚਉ, ਚਉ ਮਨੇ ਚਾਰ, ਕੁੰਡੀ ਮਨੇ ਦਿਸ਼ਾਵਾਂ। ਜੇ ਕੁੰਡੀ ਪੜ੍ਹੋਗੇ ਤਾਂ ਜਿਹੜੀ ਦਰਵਾਜ਼ੇ ਨੂੰ ਲਾਈ ਹੁੰਦੀ ਹੈ, ਉਹ ਹੁੰਦੀ ਕੁੰਡੀ ਦਿਸ਼ਾਵਾਂ। ਭਾਵੇਂ ਉਹ ਲੋਕਾਂ ਤੋਂ ਛੁਪਾ ਕੇ ਕਰਮ ਕਰ, ਪਰ ਫਿਰ ਵੀ ਚਾਰਾਂ ਦਿਸ਼ਾਵਾਂ 'ਚ ਪਤਾ ਲੱਗ ਜਾਂਦਾ ਹੈ। ਉਹਦੇ ਕਰਮ ਦਾ ਕੁਝ ਸਮੇਂ ਬਾਅਦ ਸਭ ਨੂੰ ਪਤਾ ਲੱਗ ਜਾਂਦਾ ਹੈ ਵੀ ਇਹ ਆਹ ਕੰਮ ਕਰਦਾ ਰਿਹਾ। ਜੋ ਧਰਮ ਕਮਾਵੇ, ਤਿਸ ਧਰਮ ਨਾਉ ਹੋਵੇ। ਜੋ ਧਰਮ ਦੀ ਕਮਾਈ ਕਰਦਾ ਹੈ, ਉਸ ਦਾ ਨਾਂ ਧਰਮੀ ਹੁੰਦਾ। ਹੁਣ ਧਰਮੀ ਕਹਿੰਦੇ ਲੋਕ। ਪਾਪ ਕਮਾਣਾ ਪਾਪੀ ਜਾਣੀ, ਤੇ ਜਿਹੜਾ ਪਾਪ ਕਰਮ ਕਰਦਾ ਹੈ, ਲੋਕ ਉਹਨੂੰ ਪਾਪੀ ਕਹਿ ਕੇ ਜਾਣਦੇ ਨੇ। ਧਰਮ ਕਮਾਉਣ ਵਾਲੇ ਨੂੰ ਧਰਮੀ ਕਹਿੰਦੇ ਨੇ, ਪਾਪ ਕਮਾਉਣ ਵਾਲੇ ਨੂੰ ਪਾਪੀ ਕਿਹਾ ਜਾਂਦਾ ਹੈ। ਤੂੰ ਆਪੇ ਖੇਲ ਕਰੈ ਸਭ ਕਰਤੇ। हे परमात्मा, ਸਾਰੇ ਖੇਲ ਤੂੰ ਆਪ ਹੀ ਕਰ ਰਿਹਾ ਹੈ। ਕਿਆ ਦੂਜਾ ਆਖ ਵਖਾਣੀ ਹੈ।
ਜੇ ਕੋਈ ਦੂਜਾ ਹੋਵੇ ਤਾਂ ਉਹਦੇ ਬਾਰੇ ਕਿਹਾ ਜਾ ਸਕਦਾ, ਤੂੰ ਤੇ ਆਪ ਹੀ ਸਭ ਕੁਝ ਕਰ ਰਿਹਾ। ਗੁਰਮੁਖ ਵੀ ਤੂੰ ਹੀ ਬਣਾਏ ਨੇ, ਮਨਮੁਖ ਵੀ ਤੂੰ ਹੀ ਬਣਾਏ ਨੇ, ਚੰਗੇ ਵੀ ਤੂੰ ਬਣਾਏ ਨੇ, ਮੰਦੇ ਵੀ ਤੂੰ ਬਣਾਏ ਨੇ। ਅਸੀਂ ਆਪਣੇ ਆਪ ਤੇ ਬਣ ਨਹੀਂ ਗਏ, ਅਸੀਂ ਆਪਣੇ ਆਪ ਤੇ ਬਣ ਨਹੀਂ ਗਏ। ਗੁਰਬਾਣੀ ਕਹਿੰਦੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ। ਇਹ ਪਰਮਾਤਮਾ ਜਿਸ ਜਿਸ ਪਾਸੇ ਤੁਸੀਂ ਜੀਵ ਨੂੰ ਲਾਉਂਦੇ ਆ, ਇਹ ਜੀਵ ਉਸੇ ਪਾਸੇ ਲੱਗਾ ਹੋਇਆ ਹੈ। ਕਈ ਵਾਰੀ ਬੰਦਾ ਸੋਚਦਾ ਵੀ ਇਹ ਜਿਹੜੇ ਚੋਰ ਡਾਕੂ ਲਟੇਰੇ ਬਦਮਾਸ਼ ਨੇ, ਇਹ ਪਰਮਾਤਮਾ ਨੇ ਇਹਨਾਂ ਨੂੰ ਇਸ ਪਾਸੇ ਲਾਇਆ ਹੋਇਆ। ਅਗਰ ਕੋਈ ਜੇ ਪਰਮਾਤਮਾ ਨੇ ਉਹਨੇ ਇਸ ਪਾਸੇ ਲਾਇਆ ਤਾਂ ਪਰਮਾਤਮਾ ਕਦਾ ਹੋਇਆ? ਜਿਹੜਾ ਕਿਸੇ ਨੂੰ ਭੈੜੇ ਪਾਸੇ ਲਾਵੇ ਉਸਨੂੰ ਅਸੀਂ ਰੱਬ ਕਿਵੇਂ ਕਹਿ ਸਕਦੇ ਹੋਵੇ? ਉਹਨੂੰ ਰੱਬ ਕਿਵੇਂ ਕਹਾਂਗੇ? ਜੇ ਉਹਨੇ ਹੀ ਲਾਏ ਨੇ ਚੰਗੇ ਪਾਸੇ ਵੀ ਤੇ ਮੰਦੇ ਪਾਸੇ ਵੀ, ਫਿਰ ਉਹ ਰੱਬ ਕਦਾ ਹੋਇਆ? ਫਿਰ ਤਾਂ ਨਲਾਇਕ ਹੋਇਆ ਵੀ ਭੈੜੇ ਪਾਸੇ ਲਾਦਾ। ਰੱਬ ਆਪ ਨਹੀਂ ਲਾਉਂਦਾ, ਉਹ ਸਾਡੇ ਕਰਮਾਂ ਨੂੰ ਵੇਖਦਾ ਹੈ। ਜਿਹੋ ਜਿਹੇ ਅਸੀਂ ਕਰਮ ਕੀਤੇ ਹੁੰਦੇ ਨੇ ਉਹੇ ਜਿਹੀ ਸਾਡੀ ਕਿਸਮਤ ਲਿਖ ਦਿੰਦਾ। ਫਿਰ ਉਸ ਕਿਸਮਤ ਦੇ ਅਨੁਸਾਰ ਅਸੀਂ ਕਰਮ ਕਰਦੇ ਹਾਂ। ਜੇ ਚੰਗੀ ਕਿਸਮਤ ਲਿਖਦੀ ਤਾਂ ਚੰਗੇ ਕੰਮ ਕਰਾਂਗੇ, ਜੇ ਮਾੜੀ ਕਿਸਮਤ ਲਿਖਦੀ ਤਾਂ ਫਿਰ ਮਾੜੇ ਕੰਮ ਕਰਾਂਗੇ। ਇਸ ਕਰਕੇ ਕੀਤੇ ਅਸੀਂ ਸਿਰਫ ਇੰਨਾ ਕਿ ਪਰਮਾਤਮਾ ਲਿਖਦਾ ਹੈ। ਉਹ ਲਿਖਣ ਕਰਕੇ ਕਹਿੰਦੇ ਨੇ ਵੀ ਹਾਂ ਜੀ ਚੰਗੇ ਪਾਸੇ ਵੀ ਤੂੰ ਲਾਇਆ ਤੇ ਮੰਦੇ ਪਾਸੇ ਵੀ ਤੂੰ ਲਾਇਆ। ਇਹ ਮਨੁੱਖ ਆਪਣੇ ਕਰਮਾਂ ਕਾਰਨ ਹੀ ਲੱਗਾ ਹੋਇਆ ਹੈ। ਇਸ ਜਨਮ 'ਚ ਜੋ ਅਸੀਂ ਕਰ ਰਹੇ ਹਾਂ, ਇਹ ਅਸੀਂ ਪਿਛਲੇ ਜਨਮਾਂ 'ਚ ਕੀਤਾ ਸੀ। ਆਪਾਂ ਐਵੇਂ ਨਹੀਂ ਸਤ ਸੰਗਤ 'ਚ ਆ ਗਏ। ਪਿਛਲੇ ਜਨਮ 'ਚ ਵੀ ਸਤ ਸੰਗਤ ਕਰਦੇ ਸੀ, ਕਿਉਂਕਿ ਸਤ ਸੰਗਤ ਕਰਦੇ ਸੀ ਇਸ ਲਈ ਪਰਮਾਤਮਾ ਨੇ ਸਾਡੇ ਭਾਗਾਂ 'ਚ ਸਤ ਸੰਗਤ ਲਿਖਤੀ। ਜਿਹੜੇ ਕੁਸੰਗਤ ਕਰਦੇ ਸਨ ਪਿਛਲੇ ਜਨਮਾਂ 'ਚ, ਪਰਮਾਤਮਾ ਨੇ ਉਹਨਾਂ ਦੇ ਭਾਗਾਂ 'ਚ ਕੁਸੰਗਤ ਲਿਖਤੀ। ਬਸ ਉਹ ਤਾਂ ਲਿਖਣ ਵਾਲਾ ਹੈ, ਕਰਨ ਵਾਲੇ ਤੇ ਭੋਗਣ ਵਾਲੇ ਅਸੀਂ ਹਾਂ। ਪਰਮਾਤਮਾ ਨਾ ਕਰਦਾ ਤੇ ਨਾ ਭੋਗਦਾ ਹੈ। ਅਸੀਂ ਕਰਮ ਕਰਦੇ ਹਾਂ, ਅਸੀਂ ਹੀ ਭੋਗਦੇ ਹਾਂ। ਇਸ ਲਈ ਪਰਮਾਤਮਾ ਉਂਝ ਦੇਖਣ ਨੂੰ ਵੀ ਜਿਸ ਪਾਸੇ ਹੈ ਰੱਬਾ ਤੂੰ ਲਾਉਣਾ, ਉਸ ਪਾਸੇ ਜੀਵ ਲੱਗਾ ਹੋਇਆ ਹੈ। ਉਹ ਸਾਡੇ ਕਰਮ ਵੇਖ ਕੇ ਸਾਨੂੰ ਲਾਉਂਦਾ। ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੇ। ਇਹ ਪਰਮਾਤਮਾ ਜਿੰਨਾ ਚਿਰ ਤੇਰੀ ਜੋਤ ਇਸ ਸਰੀਰ 'ਚ ਹੈ, ਉਹਨਾਂ ਚਿਰ ਤੂੰ ਸਾਡੇ ਵਿੱਚ ਬੋਲ ਰਿਹਾ ਹੈ। ਧਰਮ ਕਹਿੰਦਾ ਅਸੀਂ ਉਹੀ ਬੋਲਦੇ ਹਾਂ ਜੋ ਪਰਮਾਤਮਾ ਸਾਡੇ ਤੋਂ ਬੁਲਾਉਂਦਾ ਹੈ। ਅਸੀਂ ਉਹੀ ਬੋਲਦੇ ਹਾਂ ਜੋ ਪਰਮਾਤਮਾ ਸਾਡੇ ਤੋਂ ਬੁਲਾਉਂਦਾ ਹੈ। ਸਾਡੇ ਵਿੱਚ ਬੈਠਾ ਹੋਇਆ ਬੋਲੀ ਜਾਂਦਾ। ਜਿਵੇਂ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਗੁਰੂ ਮਹਾਰਾਜ ਕਹਿੰਦੇ ਹੇ ਪਰਮਾਤਮਾ ਜਿਵੇਂ ਤੂੰ ਬੁਲਵਾਉਣਾ ਮੈਂ ਤਾਂ ਉਸ ਤਰ੍ਹਾਂ ਬੋਲਦਾ ਹਾਂ। ਪਰਮਾਤਮਾ ਨੇ ਤਾਂ ਬਾਣੀ ਬੁਲਵਾਤੀ, ਉਹਨਾਂ ਨੇ ਬਾਣੀ ਬੋਲਤੀ। ਹੁਣ ਬਾਣੀ ਤਾਂ ਉਹ ਕਹਿੰਦੇ ਬਾਣੀ ਸਾਡੀ ਨਹੀਂ ਹੈ, ਇਹ ਤਾਂ ਪਰਮਾਤਮਾ ਨੇ ਸਾਡੇ ਤੋਂ ਬੁਲਵਾਈ ਹੈ, ਇਹ ਸਾਡੀ ਨਹੀਂ ਹੈ। ਇਸ ਕਰਕੇ ਕਹਿੰਦੇ ਜਿਚਰ ਤੇਰੀ ਜੋਤ, ਜਿੰਨਾ ਚਿਰ ਤੇਰੀ ਸਾਡੇ ਸਰੀਰ ਅੰਦਰ ਜੋਤ ਹੈ ਨਾ, ਤਿਚਰ ਜੋਤੀ ਵਿੱਚ ਤੂੰ ਬੋਲੇ। ਇਹ ਤੇਰੀ ਜੋਤ ਹੀ ਸਾਡੇ ਅੰਦਰ ਬੋਲ ਰਹੀ ਹੈ। ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀ। ਬਿਨਾਂ ਉਹਦੀ ਜੋਤ ਤੋਂ ਕੁਝ ਕਰਕੇ ਦਿਖਾਓ ਤਾਂ ਜਾਣੀ ਉਹਨੂੰ। ਸਿਆਣੀਆਂ ਪਾਕਿਸਤਾਨ ਦੇ ਸਿਆਣੀਆਂ, ਪਾਕਿਸਤਾਨ 'ਚ ਕਹਿੰਦੇ ਸੀ ਸਮਝਾਣੀਆਂ ਵੀ ਜੀ ਮੈਂ ਤੈਨੂੰ ਸਮਝਾਣਿਆ ਨਹੀਂ। ਇੱਧਰ ਜਦੋਂ ਆਏ ਮਾਲਵੇ 'ਚ ਉਹ ਕਹਿੰਦੇ ਮੈਂ ਤੈਨੂੰ ਸਿਆਣਿਆ ਨਹੀਂ। ਆਹ ਮਾਲਵੇ ਦਾ ਸ਼ਬਦ ਵਰਤਦਾ ਸਿਆਣੀਆਂ ਵੀ ਤਾਂ ਜਾਣੀਆਂ ਨੂੰ। ਜੇ ਕੋਈ ਉਹਦੀ ਜੋਤ ਤੋਂ ਬਿਨਾਂ ਕੋਈ ਬੋਲ ਕੇ ਦਿਖਾਵੇ ਤਾਂ ਉਹਨੂੰ ਮੰਨੀਏ ਵੀ ਹਾਂ ਇਹ ਬਿਨਾਂ ਜੋਤ ਦੇ ਬੋਲ ਸਕਦੇ। ਪਰਮਾਤਮਾ ਨੇ ਆਪਣੀ ਜੋਤ ਵਿੱਚੋਂ ਖਿੱਚ ਲਈ, ਇਹ ਡੈਡ ਬੋਡੀ ਹੋ ਜਾਂਦੀ। ਫਿਰ ਹੱਥ ਵੀ ਨੇ, ਪੈਰ ਵੀ ਨੇ, ਅੱਖਾਂ ਵੀ ਨੇ, ਕੰਨ ਵੀ ਨੇ, ਨੱਕ ਵੀ ਹੈ, ਮੂੰਹ ਵੀ ਹੈ, ਕੁਛ ਨਹੀਂ ਬੋਲਦਾ, ਕੋਈ ਹਿਲਦਾ ਜੁਲਦਾ ਨਹੀਂ ਹੈ। ਉਹਦੀ ਜੋਤ ਕਾਰਨ ਸੀ।
ਜੋਤ ਕਹਿ ਲਓ, ਜਿੰਦ ਕਹਿ ਲਓ, ਜਾਨ ਕਹਿ ਲਓ, ਆਕਸੀਜਨ ਕਹਿ ਲਓ, ਜੋ ਮਰਜ਼ੀ ਕਹਿ ਲਓ। ਡਾਕਟਰ ਕਹਿੰਦੇ ਬੰਦਾ ਆਕਸੀਜਨ ਨਾਲ ਜਿਉਂਦਾ। ਡਾਕਟਰ ਇਹ ਜਦੋਂ ਆਕਸੀਜਨ ਨਹੀਂ ਮਿਲੇਗੀ ਮਰ ਜਾਏਗਾ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੂੜ ਸਜਾਣੀ। ਗੁਰੂ ਦੇ ਰਾਹੀਂ ਉਹ ਪਰਮਾਤਮਾ ਜੋ ਸੁਗੜ ਸਿਆਣਾ ਹੈ, ਸੁਜਾਣੀ ਜੋ ਜਾਣੀ ਜਾਣ ਹੈ, ਉਹ ਫਿਰ ਸਾਰੇ ਪਾਸੋਂ ਇੱਕੋ ਹੀ ਦਿਸਦਾ। ਜਦੋਂ ਅਸੀਂ ਗੁਰਮੁਖ ਬਣ ਜਾਂਦੇ ਨਾ, ਫਿਰ ਜਦੋਂ ਕਹਿੰਦੇ ਨੇ ਵੀ ਸਭ ਤੂੰ ਹੀ ਹੈ, ਵੀ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ, ਹੋਰ ਕੋਈ ਹੈ ਹੀ ਨਹੀਂ ਹੈ। ਬੰਦਾ ਬੜਾ ਹੈਰਾਨ ਹੁੰਦਾ ਵੀ ਪਰਮਾਤਮਾ ਹੋਰ ਕੋਈ ਹੈ ਹੀ ਨਹੀਂ ਹੈ, ਅਤੇ ਅਸੀਂ ਕੀ ਹਾਂ ਫਿਰ? ਪਸ਼ੂ ਪੰਛੀ ਜਾਂ ਕੀ ਨੇ? ਨਹੀਂ, ਅਸੀਂ ਹੈਗੇ ਜਿਵੇਂ ਐਕਸਰੇ ਦੀ ਮਸ਼ੀਨ ਹੁੰਦੀ ਹੈ। ਤੁਹਾਡਾ ਛਾਤੀ ਦਾ ਉਹਨੇ ਐਕਸਰੇ ਲੈਣਾ ਹੈ, ਤੁਸੀਂ ਉਹਦੇ ਅੱਗੇ ਖੜ੍ਹ ਗਏ, ਉਹਨੇ ਬਾਹਰਲੀ ਬਾਡੀ ਦਾ ਨਹੀਂ ਤਸਵੀਰ ਖਿੱਚਣੀ, ਤੁਹਾਡੇ ਅੰਦਰ ਦੀ ਖਿੱਚਣੀ। ਐਕਸਰੇ ਤੁਹਾਨੂੰ ਬਾਹਰੋਂ ਨਹੀਂ ਵੇਖਦਾ, ਤੁਹਾਡੇ ਅੰਦਰ ਵੇਖਦਾ ਕੀ ਹੈ। ਇਸ ਤਰ੍ਹਾਂ ਜਦੋਂ ਅਸੀਂ ਗੁਰਮੁਖ ਹੋ ਜਾਂਦੇ ਹਾਂ, ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਸਾਨੂੰ ਬਾਹਰਲੇ ਸਰੀਰ ਨਹੀਂ ਦਿਸਦੇ, ਹਰ ਇੱਕ ਦੇ ਵਿੱਚ ਪਰਮਾਤਮਾ ਦਿਸਦਾ। ਤਾਂ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹ ਤਾਂ ਕਹਿੰਦਾ, ਹੋਰ ਇਹ ਨਹੀਂ ਕਿ ਪਰਮਾਤਮਾ ਬਿਨਾਂ ਕੋਈ ਹੈ ਹੀ ਨਹੀਂ। ਫਿਰ ਅਸੀਂ ਕਿੱਧਰ ਗਏ? ਇੰਨੀ ਦੁਨੀਆ ਫਿਰਦੀ 84 ਲੱਖ ਜੂਨੀ ਹੈ। ਬਾਣੀ ਕਹਿੰਦੀ 84 ਲੱਖ ਜੂਨੀ ਮੰਨਦੇ ਬਣ। ਫਿਰ ਇੱਦਾਂ ਪਰਮਾਤਮਾ ਤੋਂ ਬਿਨਾਂ 84 ਲੱਖ ਜੂਨੀਆਂ ਵੀ ਹੈਗੀਆਂ ਨੇ। ਜਦੋਂ ਕਿਹਾ ਜਾਂਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਉਹਦਾ ਭਾਵ ਹੈ ਕਿ ਉਹ ਬੰਦੇ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ, ਉਹਦੀਆਂ ਅੰਦਰਲੀਆਂ ਅੱਖਾਂ ਖੁੱਲ੍ਹ ਗਈਆਂ ਨੇ। ਉਹਨੂੰ ਹੁਣ ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਦਿਸ ਰਿਹਾ। ਆਹ ਗੱਲ ਹੈ। ਉਹਨੂੰ ਹਰ ਇੱਕ ਦੇ ਵਿੱਚ ਪਰਮਾਤਮਾ ਦੇ ਬਾਹਰਲੀ ਬਾਡੀ ਦਿਸਣ ਹਟ ਜਾਂਦੀ। ਜਿਵੇਂ ਐਕਸਰੇ ਦੀ ਮਸ਼ੀਨ ਨੂੰ ਬਾਹਰਲੀ ਬਾਡੀ ਨਹੀਂ ਦਿਸਦੀ, ਅੰਦਰ ਕੀ ਹੈ ਸਾਡੇ ਉਹ ਦਿਸਦਾ ਹੈ। ਅੰਦਰ ਪਰਮਾਤਮਾ ਹੈ, ਉਹਨੂੰ ਫਿਰ ਪਰ ਸਭ ਦੇ ਵਿੱਚ ਪਰਮਾਤਮਾ ਦਿਸਣ ਲੱਗ ਜਾਂਦਾ। ਤਾਂ ਉਹ ਕਹਿੰਦਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਪੌੜੀ। ਤੁਧ ਆਪੇ ਜਗਤ ਉਪਾਇਕੈ, ਤੁਧ ਆਪੇ ਧੰਦਾ ਲਾਇਆ। ਮੋਹ ਠਗੋਲੀ ਪਾਇਕੈ, ਤੁਧ ਆਪੋਂ ਹਾਹੇ ਤੇ ਟਿਪੀ। ਤੁਧ ਆਪੋਂ ਜਗਤ ਖੁਆਇਆ, ਤਿਸਨਾ ਅੰਦਰ ਅਗਨ ਹੈ। ਨਾ ਤਿਪਤੈ ਭੁੱਖਾ ਤਿਹਾਇਆ। ਧਿਆਨ ਰੱਖੇ, ਜੇ ਨੰਨਾ ਹਾਹੇ ਨੂੰ ਸਿਹਾਰੀ ਹੋਵੇ, ਫਿਰ ਇਹ ਹਿੰਦੀ ਦਾ ਸ਼ਬਦ ਹੁੰਦਾ। ਆਪਣੀ ਪੋਥੀਆਂ ਵੱਲ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ। ਇਹ ਨੰਨਾ ਹਾ ਹੈ। ਜੇ ਨੰਨਾ ਹਾਹੇ ਨੂੰ ਸਿਹਾਰੀ ਹੋਵੇ, ਫਿਰ ਉਹ ਹਿੰਦੀ ਦਾ ਸ਼ਬਦ ਹੁੰਦਾ ਅਤੇ ਉਹਨੂੰ ਬੋਲਣਾ ਹੈ ਨਹਿ। ਅਰਥ ਉਹਦਾ ਨਾ ਹੀ ਹੈ, ਬੋਲਣਾ ਹੈ ਨਹਿ। ਇਹ ਨੰਨਾ ਹਾਹਾ ਇਹ ਫਾਰਸੀ ਦਾ ਸ਼ਬਦ ਹੈ। ਇਹਨੂੰ ਹੁਣ ਹਾਹੇ ਤੋਂ ਪਹਿਲੇ ਅੱਖ ਨੂੰ ਕੰਨਾਂ ਲਾ ਕੇ ਬੋਲਦੇ ਫਾਰਸੀ 'ਚ। ਇਹਨੂੰ ਬੋਲਣਾ ਨਾ। ਇਹਨੂੰ ਕੀ ਬੋਲਣਾ? ਨਾ। ਤਿਸਨਾ ਅੰਦਰ ਅਗਨ ਹੈ, ਨਾ ਤਿਪਤੈ ਭੁੱਖਾ ਤਿਹਾਇਆ। ਸਹਿੰਸਾ ਹਿੰਦੀ ਦਾ ਸ਼ਬਦ ਹੈ ਸਹਿੰਸਾ। ਸਹਿੰਸਾ ਇਹ ਸੰਸਾਰ ਹੈ, ਮਰ ਜੰਮੇ ਆਇਆ ਜਾਇਆ। ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਐ, ਸੁਖ ਰੱਜਾ ਜਾਂ ਤੁਧ ਭਾਇਆ। ਕੁਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਸੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਤੁਧ ਆਪੇ ਜਗਤ ਉਪਾਇਕ, ਤੁਧ ਆਪੇ ਧੰਦਾ ਲਾਇਆ। ਤੂੰ ਆਪ ਹੀ ਸੰਸਾਰ ਪੈਦਾ ਕੀਤਾ ਹੈ।
ਤੇ ਹਰ ਇੱਕ ਨੂੰ ਆਪ ਹੀ ਕੰਮ ਚਲਾਇਆ ਹੋਇਆ, ਕਿਸੇ ਨੂੰ ਕਿਸੇ ਕੰਮ 'ਚ, ਕਿਸੇ ਨੂੰ ਕਿਸੇ ਕੰਮ 'ਚ। ਮੋਹ ਠਗੋਲੀ ਪਾਏ ਕਹਿ, ਦੁੱਧ ਆਪੋਂ ਜਗਤ ਖੁਆਇਆ, ਖੁਆਇਆ ਦਾ ਭੁਲਾ ਦੇਣਾ। ਠਗੋਲੀ ਹੁੰਦਾ ਠੱਗ ਬੂਟੀ। ਠੱਗਾਂ ਕੋਲੇ ਪਹਿਲਾਂ ਬੂਟੀ ਹੋਇਆ ਕਰਦੀ ਸੀ। ਜੇ ਬੰਦਾ ਉਹਨੂੰ ਸੁੰਘ ਲੈਂਦਾ ਸੀ, ਬੇਹੋਸ਼ ਹੋ ਜਾਂਦਾ ਸੀ। ਉਹ ਤੁਹਾਡੇ ਨਾਲ ਤੁਰਿਆ ਜਾ ਰਿਹਾ, ਤੁਹਾਡੇ ਤੋਂ ਹਾਲ ਚਾਲ ਪੁੱਛੇਗਾ, ਤੁਸੀਂ ਕਿੱਥੇ ਜਾ ਰਹੇ ਹੋ, ਪਰ ਤੁਹਾਡੇ ਤੋਂ ਪੁੱਛ ਲੈ ਤੁਸੀਂ ਕਿੱਥੇ ਜਾ ਰਹੇ, ਤੁਸੀਂ ਕਿ ਮੈਂ ਅੰਮ੍ਰਿਤਸਰ ਜਾ ਰਿਹਾ, ਮੈਂ ਵੀ ਅੰਮ੍ਰਿਤਸਰ ਹੀ ਜਾਣਾ ਜੀ। ਤੁਸੀਂ ਕਹੋ ਵਾਹ ਜੀ ਵਾਹ, ਸਾਥੀ ਮਿਲ ਗਿਆ ਨਾਲ। ਤੁਸੀਂ ਕੀ ਕੰਮ ਕਰਦੇ ਹੋ ਜੀ? ਤੁਸੀਂ ਕਹੇ ਮੈਂ ਖੇਤੀਬਾੜੀ, ਮੈਂ ਵੀ ਖੇਤੀਬਾੜੀ ਕਰਦਾ ਜੀ। ਪਹਿਲਾਂ ਤੁਹਾਡੇ ਤੋਂ ਪੁੱਛ ਲੈਣਾ, ਫਿਰ ਆ ਕੇ ਮੈਂ ਵੀ ਇਹੀ ਕੰਮ ਕਰਦਾ ਜੀ। ਤੁਸੀਂ ਉਸ 'ਤੇ ਭਰੋਸਾ ਕਰ ਲੈਂਦੇ ਹੋ। ਉਹ ਗੱਲਾਂ ਬਾਤਾਂ 'ਚ ਤੁਹਾਨੂੰ ਕਹਿੰਦੇ ਉਹ ਦੇਖਿਓ ਕੀ ਹੈ, ਤੁਸੀਂ ਉੱਧਰ ਵੇਖਣ ਲੱਗੋ, ਉਹਨੇ ਬੂਟੀ ਅੱਗੇ ਕਰਤੀ ਤੁਹਾਡੇ ਮੂੰਹ ਦੇ, ਜੋ ਹੀ ਤੁਹਾਡੇ ਮੂੰਹ ਦੇ ਅੱਗੇ ਕੀਤੀ, ਉਹ ਤੁਸੀਂ ਸੁੰਘੀ ਅਤੇ ਬੇਹੋਸ਼ ਹੋ ਕੇ ਉੱਥੇ ਡਿੱਗ ਪਓਗੇ। ਜੋ ਤੁਹਾਡੇ ਕੋਲ ਹੈ ਉਹ ਲੁੱਟ ਲੈ। ਜਦੋਂ ਤੁਹਾਨੂੰ ਹੋਸ਼ ਆਉਣੀ, ਉਹਨੇ ਚਲੋ ਕਿਤੇ ਕਿਤੇ ਚਲੇ ਜਾਣਾ। ਇਹ ਜਿਹੜਾ ਸੰਸਾਰ ਮੋਹ ਹੈ ਨਾ, ਇਹ ਵੀ ਠਗੋਲੀ ਹੈ, ਇਹ ਵੀ ਠੱਗ ਬੂਟੀ ਹੈ। ਮੋਹ ਠਗੋਲੀ ਪਾਏ ਕਹਿ, ਤੁਸੀਂ ਇਹ ਸੰਸਾਰ ਦੇ ਲੋਕਾਂ ਨੂੰ ਮੋਹ ਰੂਪੀ ਠੱਗ ਬੂਟੀ 'ਚ ਪਾਤਾ। ਤੂੰ ਆਪੋਂ ਜਗਤ ਖੁਆਇਆ ਅਤੇ ਤੂੰ ਆਪ ਹੀ ਸੰਸਾਰ ਨੂੰ ਭੁਲਾ ਦਿੱਤਾ। ਇੱਥੇ ਅੱਗੇ ਮਨੁੱਖ ਭੁੱਲ ਹੀ ਗਿਆ ਵੀ ਮੈਂ ਤਾਂ ਨਾਮ ਜਪਣਾ ਹੈ। ਉਹ ਮੋਹ 'ਚ ਫਸ ਜਾਂਦਾ ਅਤੇ ਉਹਦੇ ਨੂੰ ਲੱਗਾ ਰਹਿੰਦਾ ਹੈ। ਖੁਆਇਆ ਮੈਨੇ ਭੁਲਾਇਆ। ਤਿਸਨਾ ਅੰਦਰ ਅਗਨ ਹੈ, ਨਾ ਤਿਪਤੈ ਭੁੱਖਾ ਤਿਹਾਇਆ। ਅੰਦਰ ਤ੍ਰਿਸ਼ਨਾਵਾਂ ਦੀ ਅੱਗ ਹੈ। ਤ੍ਰਿਸ਼ਨਾ ਨੂੰ ਅੱਗ ਕਿਹਾ ਗਿਆ ਹੈ। ਜਿਵੇਂ ਅੱਗ ਸਾਨੂੰ ਸਾੜਦੀ ਹੈ ਬਾਹਰੋਂ, ਇਹ ਜੇ ਤ੍ਰਿਸ਼ਨਾਵਾਂ ਨੇ, ਇਹ ਵੀ ਸਾਡੇ ਮਨ ਨੂੰ ਦੁਖੀ ਕਰੀ ਜਾਂਦੀਆਂ। ਜਦੋਂ ਵੀ ਮਨ 'ਚ ਕੋਈ ਇੱਛਾ ਪੈਦਾ ਹੋ ਜਾਵੇ, ਜਿੰਨਾ ਚਿਰ ਉਹ ਪੂਰੀ ਨਹੀਂ ਹੁੰਦੀ, ਬੰਦਾ ਦੁਖੀ ਹੁੰਦਾ ਹੀ ਰਹਿੰਦਾ, ਦੁਖੀ ਹੁੰਦਾ। ਬੱਚਾ ਤੁਹਾਡਾ 2.5 ਸਾਲ ਦਾ ਹੋ ਗਿਆ, ਹੁਣ ਤੁਹਾਡੇ ਅੰਦਰ ਇੱਛਾ ਪੈਦਾ ਹੋ ਗਈ, ਇਹਨੂੰ ਚੰਗਾ ਸਕੂਲ ਮਿਲ ਜਾਵੇ। ਚੰਗੇ ਸਕੂਲ ਤੁਸੀਂ ਬੜੇ ਪਾਪੜ ਵੇਲਦੇ ਹੋ। ਉਹ ਜਿੰਨਾ ਚਿਰ ਚੰਗਾ ਸਕੂਲ ਮਿਲਦਾ ਨਹੀਂ, ਉਹਨਾਂ ਚਿਰ ਤੁਹਾਨੂੰ ਚਿੰਤਾ ਲੱਗੀ ਰਹਿੰਦੀ ਹੈ। ਜਿੱਥੇ ਇੱਛਾ ਹੋਏਗੀ ਉੱਥੇ ਚਿੰਤਾ ਹੋਏਗੀ। ਜਿੰਨੀਆਂ ਇੱਛਾਵਾਂ ਉਨੀਆਂ ਚਿੰਤਾਵਾਂ। ਅੱਜ ਮਨੁੱਖ ਦੀਆਂ ਇੱਛਾਵਾਂ ਹੀ ਬਹੁਤ ਨੇ, ਇਸ ਲਈ ਚਿੰਤਾਵਾਂ ਹੀ ਬਹੁਤ ਨੇ, ਇਸ ਲਈ ਬੰਦਾ ਦੁਖੀ ਰਹਿੰਦਾ ਹੈ। ਇੱਕ ਇੱਛਾ ਪੂਰੀ ਹੁੰਦੀ, ਦੂਜੀ ਸ਼ੁਰੂ ਹੋ ਜਾਂਦੀ, ਦੂਜੀ ਨੂੰ ਔਖਾ ਸੌਖਾ ਪੂਰੀ ਕਰਦੇ, ਤੀਜੀ ਖੜੀ ਹੋ ਜਾਂਦੀ। ਇਹ ਨਹੀਂ ਮੁੱਕਦੀਆਂ, ਇਹ ਨਹੀਂ ਮੁੱਕਦੀਆਂ। ਕਿਸੇ ਨੇ ਕਹਾ ਭਾਈ ਭਜਨ ਬੰਦਗੀ ਕਰ ਲਓ, ਬਸ ਜੇ ਆ ਮੈਂ ਕੰਮ ਕਰ ਲਾਂ, ਬਸ 6 ਮਹੀਨੇ ਵਿਹਲੇ ਹੋ ਜਾਣੇ, ਬਸ ਫਿਰ ਨਾਮ ਜਪਾਂਗੇ। ਉਦੋਂ ਵੇਲੇ ਦੂਜਾ ਹੋ ਗਿਆ ਸ਼ੁਰੂ। ਇਸ ਲਈ ਇਹ ਚੱਲੀ ਜਾਂਦਾ ਕੰਮ। ਤਿਸਨਾ ਅੰਦਰ ਅਗਨ ਹੈ, ਅੰਦਰ ਤ੍ਰਿਸ਼ਨਾਵਾਂ ਦੀ ਅੱਗ ਹੈ। ਨਾ ਤਿਪਤੈ ਭੁੱਖਾ ਤਿਹਾਇਆ। ਇਹ ਤ੍ਰਿਸ਼ਨਾਵਾਂ ਦਾ ਭੁੱਖਾ ਹੈ, ਇਹ ਤ੍ਰਿਸ਼ਨਾਵਾਂ ਦਾ ਤਿਹਾਇਆ ਪਿਆਸਾ ਹੈ। ਇਹ ਰੱਜਦੇ ਹੀ ਨੇ। ਤਿਪਤੈ ਹੁੰਦਾ ਰੱਜਣਾ, ਸੰਤੁਸ਼ਟ ਹੋਣਾ, ਰੱਜਦੇ ਹੀ ਨਹੀਂ। ਸਹਿਸਾ ਇਹ ਸੰਸਾਰ ਹੈ। ਸਹਿਸਾ ਹੁੰਦਾ ਜਿੱਥੇ ਹਰ ਵਕਤ ਚਿੰਤਾ ਰਹੇ। ਇਹ ਸੰਸਾਰ ਤੇ ਹੈ ਹੀ ਚਿੰਤਾ। 2600 ਸਾਲ ਪਹਿਲਾਂ ਵੀ ਮਹਾਤਮਾ ਬੁੱਧ ਜੀ ਨੇ ਕਹਿਤਾ ਸੀ, ਇਹ ਸੰਸਾਰ ਦੁੱਖਾਂ ਦਾ ਘਰ ਹੈ। ਜਦੋਂ ਉਹਨਾਂ ਨੂੰ ਗਿਆਨ ਹੋਇਆ ਨਾ 12 ਸਾਲਾਂ ਬਾਅਦ, ਉਹਨਾਂ ਨੇ 8 ਗੱਲਾਂ ਕਹੀਆਂ ਸੰਸਾਰ ਨੂੰ, ਜਿਸ ਦੇ ਵਿੱਚ 2 ਕੁ ਆਪਣੇ ਵਾਸਤੇ ਹਨ। ਪਹਿਲਾਂ ਉਹਨੇ ਕਿਹਾ ਇਹ ਸੰਸਾਰ ਦੁੱਖਾਂ ਦਾ ਘਰ ਹੈ। ਦੂਜੀ ਗੱਲ ਕਹੀ ਸਾਡੀਆਂ ਇੱਛਾਵਾਂ ਹੀ ਦੁੱਖਾਂ ਦਾ ਕਾਰਨ ਹਨ। ਸਾਡੀਆਂ ਇੱਛਾਵਾਂ ਹੀ ਦੁੱਖਾਂ ਦਾ ਕਾਰਨ। ਇਸ ਲਈ ਨਾਨਕ ਦੁਖੀਆ
ਸਭ ਸੰਸਾਰ। ਗੁਰਬਾਣੀ ਵੀ ਇਹੀ ਗੱਲ ਕਹਿੰਦੀ, ਜੋ ਮਹਾਤਮਾ ਬੁੱਧ ਨੇ ਕਿਹਾ ਗੁਰਬਾਣੀ ਵੀ ਇਹੀ ਗੱਲ ਕਹਿੰਦੀ। ਗੁਰਬਾਣੀ ਵੀ ਕਹਿੰਦੀ ਸਾਡੀ ਇੱਛਾਵਾਂ ਹੀ ਸਾਡੇ ਦੁੱਖ ਦਾ ਕਾਰਨ ਹੈ। ਗੁਰਬਾਣੀ ਵੀ ਇਹੀ ਗੱਲ ਕਹਿੰਦੀ। ਸਿਰਫ ਅੱਗੇ ਜਿਹੜੀ ਪ੍ਰਾਪਤੀ ਹੈ ਉਹਦੇ ਉਹਨਾਂ 5 ਢੰਗ ਦੱਸੇ ਨੇ ਮਹਾਤਮਾ ਬੁੱਧ ਨੇ। ਸਾਡੇ ਗੁਰੂ ਵਰ ਕੇ ਸਿਰ ਨਾਮ ਜਪੋ, ਉਹਦੇ ਨਾਲ ਕੀ ਹੋਏਗਾ? ਜਾਂ ਤਾਂ ਤੁਹਾਡੀ ਇੱਛਾਵਾਂ ਪੂਰੀਆਂ ਹੋਣ ਜਾਂ ਇੱਛਾਵਾਂ ਮਰ ਜਾਣਗੀਆਂ। ਬਸ ਮੰਨ ਲਓ ਜੀ ਇੱਛਾ ਹੀ ਕੋਈ ਨਹੀਂ ਰਹੀ ਤਾਂ ਵੀ ਅਸੀਂ ਸੁਖੀ, ਇੱਛਾ ਪੂਰੀ ਹੋ ਗਈ ਤਾਂ ਵੀ ਸੁਖੀ। ਸਾਰੀਆਂ ਇੱਛਾਵਾਂ ਕਦੋਂ ਪੂਰੀਆਂ ਹੁੰਦੀਆਂ? ਜਦੋਂ ਮਨੁੱਖ ਨੂੰ ਪਰਮਾਤਮਾ ਮਿਲ ਜਾਂਦਾ। ਉਦੋਂ ਪਹਿਲਾਂ ਇੱਛਾਵਾਂ ਰਹਿੰਦੀਆਂ ਨੇ, ਇੱਕ ਇੱਕ ਕਰਕੇ ਅਸੀਂ ਪੂਰੀਆਂ ਕਰਦੇ ਰਹਿੰਦੇ। ਸਭੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ। ਅਗੰਮ ਅਪਾਰਾ ਪਰਮਾਤਮਾ ਨੂੰ ਕਹਿੰਦੇ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋਈ ਸਾਰੀਆਂ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ, ਕੋਈ ਇੱਛਾ ਹੀ ਨਹੀਂ ਰਹਿ ਜਾਂਦੀ। ਪੰਚਮ ਪਾਤਸ਼ਾਹ ਕਹਿੰਦੇ ਮੈਂ ਪਰਮਾਤਮਾ ਨੂੰ ਮਿਲਣ ਗਿਆ, ਵੀ ਪੁੱਛਾਂਗਾ। ਕਹਿੰਦੇ ਮੈਂ ਜਦੋਂ ਆਵਾਜ਼ ਮਾਰੀ ਨਾ ਪਰਮਾਤਮਾ ਨੂੰ ਸੱਦ ਕੇ ਮੈਨੂੰ ਅੰਦਰ ਬੁਲਾਇਆ। ਜਦੋਂ ਕਹਿੰਦਾ ਪਰਮਾਤਮਾ ਦਰਸ਼ਨ ਕੀਤੇ ਮੈਂ ਭੁੱਲ ਹੀ ਗਿਆ ਮੈਂ ਕੀ ਪੁੱਛਣ ਆਇਆ ਸੀ। ਹਾਂ ਕਹਿੰਦਾ ਮੈਂ ਭੁੱਲ ਹੀ ਗਿਆ ਮੈਂ ਕੀ ਪੁੱਛਣ ਆਇਆ ਸੀ। ਇੱਛਾ ਹੀ ਕੋਈ ਨਹੀਂ ਰਹਿ ਗਈ। ਪਰਮਾਤਮਾ ਦਰਸ਼ਨਾਂ ਤੋਂ ਬਾਅਦ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ। ਇਹ ਮਨੁੱਖ ਦੀ ਅਖੀਰਲੀ ਇੱਛਾ ਕਿ ਮੈਨੂੰ ਪਰਮਾਤਮਾ ਦਰਸ਼ਨ ਹੋ ਜਾਣ। ਅਤੇ ਮਹਾਤਮਾ ਬੁੱਧ ਕਹਿੰਦੇ ਮੁਕਤੀ ਕਦੋਂ ਮਿਲਦੀ ਹੈ? ਜਦੋਂ ਕੋਈ ਇੱਛਾ ਹੀ ਨਾ ਰਹੇ। ਇੱਛਾ ਕਾਰਨ ਹੀ ਸਾਨੂੰ ਦੁਬਾਰਾ ਜਨਮ ਲੈਣਾ ਪੈਂਦਾ। ਅਗਰ ਇੱਛਾ ਹੀ ਕੋਈ ਨਹੀਂ ਦੁਬਾਰਾ ਜਨਮ ਨਹੀਂ ਹੋ ਸਕਦਾ। ਇਹ ਇੱਛਾ ਹੀ ਸਾਨੂੰ ਦੁਬਾਰਾ ਜਨਮ ਲੈਣ ਲਈ ਮਜਬੂਰ, ਕਿਉਂਕਿ ਅਸੀਂ ਕਰ ਲਈ ਇੱਛਾ, ਇੱਛਾ ਪੂਰੀ ਨਹੀਂ ਹੋਈ ਮਰ ਗਏ। ਉਸ ਇੱਛਾ ਦੀ ਪੂਰਤੀ ਲਈ ਸਾਨੂੰ ਦੁਬਾਰਾ ਜਨਮ ਲੈਣਾ ਪੈਣਾ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ 'ਤੇ ਪਹੁੰਚੇ, ਉੱਥੇ ਉਹਨਾਂ ਦਾ ਬੰਦਾ ਬਹਾਦਰ ਨਾਲ ਮੇਲ ਹੋਇਆ। ਨਾਂ ਉਹਦਾ ਸੀ ਮਾਧੋ ਦਾਸ। ਬੰਦਾ ਬਹਾਦਰ ਉਹਦਾ ਨਾਂ ਸੀ ਮਾਧੋ ਦਾਸ। ਬੈਠੇ ਨੇ ਗੱਲਾਂ ਬਾਤਾਂ ਕਰਨ। ਕਹਿੰਦੇ ਵੀ ਮਾਧੋ ਦਾਸ ਤੇਰੇ ਗੁਰੂ ਦਾ ਕੀ ਨਾਂ ਸੀ? ਕਹੇ ਜੀ ਔਗੜਨਾਥ। ਕਿ ਮੇਰੇ ਗੁਰੂ ਦਾ ਨਾਂ ਸੀ ਔਗੜਨਾਥ। ਕਹਿੰਦੇ ਵੀ ਤੇਰਾ ਗੁਰੂ ਮਰ ਕੇ ਕਿੱਥੇ ਗਿਆ ਹੋਏਗਾ? ਕਹਿੰਦਾ ਜੇ ਸੱਚਖੰਡ ਨਹੀਂ ਤਾਂ ਸਵਰਗ 'ਚ ਜ਼ਰੂਰ ਗਿਆ, ਕਿਉਂਕਿ ਬਹੁਤ ਭਜਨ ਬੰਦਗੀ ਕਰਦੇ ਸੀ ਉਹ। ਕਹਿੰਦੇ ਮਾਧੋ ਦਾਸ ਤੇਰਾ ਗੁਰੂ ਨਾ ਸੱਚਖੰਡ 'ਚ ਗਏ ਅਤੇ ਨਾ ਸਵਰਗ 'ਚ ਗਏ। ਉਹ ਤਾਂ ਉਹ ਸਾਹਮਣੇ ਬਿੱਲ ਲਟਕਦਾ ਦੇਖ ਰਿਹਾ? ਕਹਿੰਦਾ ਹਾਂਜੀ। ਕਹਿੰਦਾ ਉਹ 'ਚ ਕੀੜਾ ਬਣਿਆ ਹੋਇਆ, ਬਿੱਲ ਖਾ ਰਿਹਾ। ਉਹ ਤਾਂ ਹੱਕਾ ਬੱਕਾ ਰਹਿ ਗਿਆ। ਅਗਰ ਕਿਤੇ ਅੱਗੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਮਾਧੋ ਦਾਸ ਢਾਹ ਲੈਣਾ ਸੀ ਉੱਥੇ, ਵੀ ਤੂੰ ਮੇਰੇ ਗੁਰੂ ਨੂੰ ਕੀੜਾ ਕਹਿੰਦਾ। ਕੋਈ ਕਹਿ ਦੇ ਤੁਹਾਡਾ ਗੁਰੂ ਨਾਨਕ ਦੇ ਉੱਤੇ ਕੀੜਾ ਬਣਿਆ ਹੋਇਆ ਹੈ, ਅਤੇ ਉਹ ਬਚ ਨਹੀਂ ਫਿਰ ਸਾਡੇ ਤੋਂ ਸਕਦਾ, ਹੈ ਨਾ। ਭਾਵੇਂ ਉਹਨੇ ਅੱਖਾਂ ਨਾਲ ਵੇਖ ਲਿਆਵੇ ਕੋਈ ਚੀਜ਼, ਪਰ ਅਸੀਂ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੋ ਸਕਦੇ। ਇਹ ਕਿਵੇਂ ਹੋ ਸਕਦਾ ਹੈ? ਉਹ ਤਾਂ ਅੱਗੇ ਤਗੜਾ ਬੰਦਾ ਸੀ। ਹਾਂਜੀ, ਕੋਈ ਪੇਸ਼ ਨਹੀਂ ਗਈ ਅਗਲੇ ਦੀ। ਮੈਂ ਬੈਠਾ ਸੋਚ ਰਿਹਾ ਜਦੋਂ ਮੈਂ ਪੜ੍ਹਿਆ ਇਹ, ਮੈਂ ਲੈ ਬਈ ਜੇ ਕੋਈ ਹੋਰ ਹੁੰਦਾ ਗੁਰੂ ਗੋਬਿੰਦ ਸਿੰਘ ਬਿਨਾਂ ਅਤੇ ਮਾਧੋ ਦਾਸ ਉੱਥੇ ਧੌਣ ਮਰੋੜ ਦੇਣੀ ਸੀ। ਤੂੰ ਮੇਰੇ ਗੁਰੂ ਨੂੰ ਕੀੜਾ ਕਹਿੰਦਾ? ਕਹਿ ਜੀ ਮੈਨੂੰ ਕਿਵੇਂ ਵਿਸ਼ਵਾਸ ਹੈ ਕਿ ਮੇਰਾ ਗੁਰੂ ਕੀੜਾ ਬਣ ਗਿਆ? ਕਹਿੰਦੇ ਹੁਣੇ ਦਿਖਾ ਦਿੰਦੇ। ਗੁਰੂ ਵਾ ਤੀਰ ਮਾਰਿਆ ਬਿੱਲ ਨੂੰ, ਬਿੱਲ ਟੁੱਟ ਕੇ ਹੇਠਾਂ ਡਿੱਗ ਪਿਆ। ਕਹਿੰਦੇ ਮਾਧੋ ਦਾਸ ਚੱਕ ਕੇ ਲਓ। ਲੈ ਗੁਰੂ ਵਿੱਚੋਂ ਤੀਰ ਕੱਢ ਲਿਆ, ਮੋਰੀ ਜੀ ਹੋ ਗਈ ਨਾ। ਕਹਿੰਦੇ ਦੇਖ ਮਾਧੋ ਦਾਸ, ਕਹਿ ਜੀ ਇਹ ਕੀੜਾ ਤਾਂ ਜ਼ਰੂਰ ਹੈ, ਪਰ ਇਹ ਮੈਨੂੰ ਕਿਵੇਂ ਯਕੀਨ ਆਵੇ ਕਿ ਮੇਰਾ ਗੁਰੂ ਹੈ? ਗੁਰੂ ਮਹਾਰਾਜ ਨੇ ਉਹੀ ਤੀਰ ਮਾਧੋ ਦਾਸ ਦੇ ਸਿਰ 'ਤੇ ਲਾਤਾ। ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਕੀ ਦੇਖਦੇ? ਤਾਂ ਮੇਰਾ ਗੁਰੂ ਹੈ। ਕਹਿੰਦਾ ਹਾਂ ਜੀ ਇਹ ਤਾਂ ਮੇਰਾ ਗੁਰੂ ਹੈ। ਕਹਿੰਦੇ ਇਹਨੂੰ ਪੁੱਛ ਵੀ ਤੂੰ ਬਿੱਲ ਦਾ ਕੀੜਾ ਕਿਵੇਂ ਬਣ ਗਿਆ? ਤੂੰ ਤਾਂ ਇੰਨੀ ਤਪੱਸਿਆ ਕਰਦਾ ਸੀ। ਮਾਧੋ ਦਾਸ ਨੇ ਪੁੱਛਿਆ ਗੁਰੂ ਜੀ ਤੁਸੀਂ ਇੰਨੀ ਭਗਤੀ ਕਰਦੇ ਸੀ,
ਤੁਸੀਂ ਇਹ ਬਿਲ ਦਾ ਕੀੜਾ ਕਿਵੇਂ ਬਣ ਗਏ? ਕਹਿੰਦਾ ਵੀ ਬਾਦਲ ਦਾਸ, ਜਦੋਂ ਮੈਂ ਮਰਨ ਲੱਗਾ ਨਾ, ਜਿੱਥੇ ਤੁਸੀਂ ਇਸ ਵੇਲੇ ਖੜ੍ਹੇ ਹੋ, ਇੱਥੇ ਮੇਰੀ ਮੰਜੀ ਡਿੱਠੀ ਸੀ, ਮੈਂ ਮੰਜੀ 'ਤੇ ਲੇਟਿਆ ਸੀ, ਇਹ ਬਿਲ ਦੇ ਦਰਖਤ ਵੱਲ ਮੇਰੀ ਲੱਤਾਂ ਸਨ। ਮਰਨ ਵੇਲੇ ਅਚਾਨਕ ਮੇਰਾ ਧਿਆਨ ਬਿਲ ਵੱਲ ਚਲਿਆ ਗਿਆ ਅਤੇ ਮੇਰੇ ਮਨ 'ਚ ਆ ਵੀ ਮਾਧੋ ਦਾਸ, ਤੂੰ ਕਦੇ ਬਿਲ ਹੀ ਨਹੀਂ ਖਾ ਕੇ ਦੇਖਿਆ? ਬਸ ਇੰਨਾ ਕਿਹਾ ਅਤੇ ਮੇਰੀ ਜਾਨ ਨਿਕਲ ਗਈ। ਉਦੋਂ ਦਾ ਹੀ ਮੈਂ ਬਿਲ ਦਾ ਕੀੜਾ ਬਣਿਆ ਹੋਇਆ ਅਤੇ ਬਿਲ ਖਾ ਰਿਹਾ ਹਾਂ। ਕਹਿੰਦਾ ਹੁਣ ਗੁਰੂ ਮਹਾਰਾਜ ਨੇ ਕਿਰਪਾ ਕਰ ਮੈਨੂੰ ਮੁਕਤ ਕਰਨ, ਅਤੇ ਫਿਰ ਗੁਰੂ ਮਹਾਰਾਜ ਨੇ ਉਹਨੂੰ ਇਹ ਕੀੜੇ ਤੋਂ ਮੁਕਤ ਕਰਤਾ ਅਤੇ ਫਿਰ ਉਹਨੇ ਜਿੱਥੇ ਜਾਣਾ ਸੀ ਉੱਥੇ ਚਲੇ ਗਏ। ਇੱਛਾ ਹੈ, ਦੇਖੋ ਕਿੰਨੀ ਭਜਨ ਬੰਦਗੀ ਕੀਤੀ ਹੈ। ਤਾਂ ਇਹ ਕਿਹਾ ਕਬੀਰ ਕਹਿੰਦੇ, ਕਿਆ ਜਾਣੇ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਕੋਈ ਪਤਾ ਨਹੀਂ ਅਖੀਰ ਨੂੰ ਕਿਹੋ ਜਿਹੀ ਮੌਤ ਹੋਵੇ, ਤੁਸੀਂ ਕਿਸ ਜੂਨੀ 'ਚ ਚਲੇ ਜਾਈਏ। ਬੜੀ ਭਜਨ ਬੰਦਗੀ ਵਾਲੇ ਦਾ ਵੀ ਅਖੀਰ ਨੂੰ ਕੋਈ ਮਾੜਾ ਖਿਆਲ ਮਨ 'ਚ ਅਚਾਨਕ ਆ ਜਾਂਦਾ, ਜਾਂ ਉਹਨੂੰ ਕਿਤੇ ਆਪਣਾ ਪਿੱਛੇ ਕੀਤਾ ਹੋਇਆ ਮਾੜਾ ਕਰਮ ਯਾਦ ਆ ਜਾਂਦਾ ਹੈ, ਅਤੇ ਉਸ ਵੇਲੇ ਦੀ ਜਾਨ ਨਿਕਲ ਗਈ ਹੈ। ਚੱਲ ਵੀ ਫਿਰ ਹੁਣ ਉੱਥੇ ਹੀ ਜਾਊਗਾ ਜਿਹੜਾ ਖਿਆਲ ਆਇਆ ਸੀ। ਇਹ ਤਾਂ ਵੱਡੇ ਭਾਗ ਹੋਣ ਤਾਂ ਕਿਤੇ ਜਾ ਕੇ ਅਖੀਰ ਵੇਲੇ ਵਾਹਿਗੁਰੂ ਯਾਦ ਆਉਂਦਾ ਹੈ। ਨਹੀਂ ਤਾਂ ਜਿਹੜੀ ਫਿਰ ਇੱਛਾ ਰਹਿ ਗਈ ਹੈ, ਉਹਦੀ ਪੂਰਤੀ ਲਈ ਸਾਨੂੰ ਘੱਟ ਤੋਂ ਘੱਟ ਇੱਕ ਜਨਮ ਫਿਰ ਲੈਣਾ ਪੈਣਾ। ਸੋ ਗੁਰੂ ਮਹਾਰਾਜ ਕਹਿੰਦੇ, ਸਹਿਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਏ। ਇਹ ਸੰਸਾਰ 'ਤੇ ਹਮੇਸ਼ਾ ਚਿੰਤਾ ਹੈ, ਇਹ ਚਿੰਤਾ ਹੀ ਸੰਸਾਰ ਹੈ। ਮਰ ਜੰਮੈ ਆਇਆ ਜਾਏ, ਮਨੁੱਖ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਆਉਂਦਾ ਰਹਿੰਦਾ ਹੈ, ਜਾਂਦਾ ਰਹਿੰਦਾ। ਬਿਨ ਸਤਿਗੁਰ ਮੋਹ ਨਾ ਟੁੱਟੇ, ਗੁਰੂ ਦੀ ਕਿਰਪਾ ਤੋਂ ਬਿਨਾਂ ਮੋਹ ਨਹੀਂ ਟੁੱਟਦਾ। ਸਭ ਥੱਕੇ ਕਰਮ ਕਮਾਏ, ਸਾਰੇ ਧਾਰਮਿਕ ਕਰਮ ਕਰ ਕਰਕੇ ਥੱਕ ਗਏ, ਪਰ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਮੋਹ ਨਹੀਂ ਖਤਮ ਹੁੰਦਾ। ਫਿਰ ਸੋਝੀ ਆ ਗਈ, ਗੁਰਮਤੀ ਨਾਮ ਧਿਆਈਐ। ਗੁਰੂ ਦੀ ਮੱਤ 'ਤੇ ਚੱਲ ਕੇ ਜਦੋਂ ਬੰਦਾ ਨਾਮ ਜਪਦਾ ਨਾ, ਸੁਖ ਰੱਜਾ ਜਾਂ ਤੁਧ ਪਾਇਆ। ਹੇ ਪ੍ਰਭੂ, ਜਦੋਂ ਤੈਨੂੰ ਚੰਗਾ ਲੱਗਾ, ਪਾਇਆ ਮੈਨੇ ਚੰਗਾ ਲੱਗਾ, ਜਦੋਂ ਤੈਨੂੰ ਚੰਗਾ ਲੱਗਾ ਸੁਖ ਰੱਜਾ। ਹੁਣ ਕਹਿੰਦੇ ਮੈਂ ਸੁਖੀ ਹਾਂ, ਮੈਂ ਤ੍ਰਿਸ਼ਨਾਵਾਂ ਵੱਲੋਂ ਰੱਜ ਗਿਆ, ਮੈਨੂੰ ਰੱਜ ਆ ਗਿਆ ਅਤੇ ਮੈਂ ਹੁਣ ਸੁਖੀ ਹੋ ਗਿਆ, ਕਿਉਂਕਿ ਗੁਰੂ ਦੀ ਮੱਤ 'ਤੇ ਚੱਲ ਕੇ ਨਾਮ ਜਪਿਆ। ਫਿਰ ਜਿਹੜੇ ਇਸ ਤਰ੍ਹਾਂ ਕਰਦੇ ਨੇ, ਕੁੱਲ ਉਧਾਰੇ ਆਪਣਾ, ਇਹਨੂੰ ਕੁੱਲ ਨਹੀਂ ਪੜ੍ਹਨਾ, ਕੁੱਲ ਪੜ੍ਹੋ ਹੁੰਦਾ ਟੋਟਲ, ਕੁੱਲ ਲੱਲੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਕੁੱਲ ਉਧਾਰੇ ਆਪਣਾ, ਉਹ ਆਪਣੇ ਸਾਰੇ ਖਾਨਦਾਨ ਦਾ ਪਾਰ ਉਤਾਰਾ ਕਰ ਲੈਂਦਾ। ਧਨ ਜਣੇਂਦੀ ਮਾਇਆ, ਮਾਇਆ ਮੈਨੇ ਮਾਂ। ਉਹ ਮਾਂ ਧਨ ਹੈ ਜਿਸ ਨੇ ਇਹੋ ਜਿਹੇ ਨੂੰ ਪੈਦਾ ਕੀਤਾ, ਜਿਸ ਨੇ ਨਾਮ ਜਪਣ ਵਾਲਾ ਬੱਚਾ ਪੈਦਾ ਕੀਤਾ, ਉਹ ਕਹਿੰਦੇ ਮਾਂ ਧਨ ਹੈ। ਭਗਤ ਦੀ ਮਾਂ ਨੇ ਭਾਵੇਂ ਭਗਤੀ ਨਾ ਕੀਤੀ ਹੋਵੇ, ਭਗਤ ਦੀ ਮਾਂ ਨੇ ਭਾਵੇਂ ਭਗਤੀ ਨਾ ਕੀਤੀ ਹੋਵੇ। ਕਬੀਰ ਸਾਹਿਬ ਦੀ ਮਾਂ ਵੀ ਕਬੀਰ ਸਾਹਿਬ ਨੂੰ ਗਾਲਾਂ ਕੱਢਦੀ ਸੀ, ਜਬ ਤੇ ਨਪੂਤੇ ਲਈ ਮਾਲਾ ਇਸ, ਹਾਂ, ਜਬ ਤੇ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਇਓ। ਕਿ ਜਦੋਂ ਦੀ ਇਸ ਨਪੁੱਤੇ ਨੇ ਮਾਲਾ ਫੜੀ, ਸਾਡੇ ਘਰ ਸੁੱਖ ਹੀ ਨਹੀਂ ਰਿਹਾ। ਪਰ ਜਦੋਂ ਕਬੀਰ ਸਾਹਿਬ ਜੀ ਨੇ ਸਰੀਰ ਤਿਆਗਿਆ, 21 ਕੁਲਾਂ, ਜਿਹੜਾ ਭਗਤ ਹੈ ਨਾ, 21 ਕੁਲਾਂ ਤਾਰਦਾ, 7 ਬਾਪ ਦੀਆਂ, 7 ਮਾਂ ਦੀਆਂ, 7 ਸਹੁਰੇ ਦੀਆਂ, 21 ਕੁਲਾਂ ਤਾਰ ਦਿੰਦਾ। ਸਭ ਭਗਤ ਦੀ ਜਿੱਦੇ ਸਰੀਰ ਤਿਆਗਦਾ ਨਾ, ਇਹ ਸਾਰੇ ਦੇ ਸਾਰੇ ਸਵਰਗਾਂ ਨੂੰ ਚਲੇ ਜਾਂਦੇ ਨੇ। ਸਾਰੇ ਕਿਸੇ ਵੀ ਜੂਨੀ 'ਚ ਨੇ, ਉਹ ਉਸੇ ਵੇਲੇ ਹੁਣ ਇਹਦੀ ਜਾਨ ਨਿਕਲ ਜਾਂਦੀ ਹੈ ਅਤੇ ਉਹ ਸਵਰਗਾਂ ਨੂੰ ਚਲੇ ਜਾਂਦੇ। ਭਗਤੀ 'ਚ ਇਹ ਨਹੀਂ ਤਾਕਤ। ਆਪ ਤੇ ਤਰਨੇ ਦਾ ਨਾ ਕੁਲਾਂ, 7 ਕੁਲਾਂ, ਬਾਪ, ਦਾਦਾ, ਪੜਦਾਦਾ, ਨਗੜ ਦਾਦਾ, ਉਹਦੇ ਉੱਪਰ ਬਾਪ, ਉਹਦਾ ਉੱਪਰ ਬਾਪ, ਉਹਦਾ ਉੱਪਰ ਬਾਪ, ਉਹਦਾ ਉੱਪਰ ਬਾਪ, ਉਹਨਾਂ ਦੇ ਸਾਰਿਆਂ ਦੇ ਅੱਗੇ ਬੱਚੇ।
ਮਾਂ ਦਾ ਮਾਂ ਉਹਦੀ ਮਾਂ ਸਭ ਕੋਲੋਂ ਉਤਾਰ ਦਿੰਦਾ। ਤਾਂ ਮਹਾਂਪੁਰਖ ਗਾਇਆ ਕਰਦੇ, ਧੰਨ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ। ਉਹ ਭਾਵੇਂ ਮਾਂ ਪਹਿਲਾਂ ਸੁਰਗਵਾਸ ਹੋ ਜਾਏ ਅਤੇ ਪੁੱਤਰ ਜੇ ਸੰਸਾਰ 'ਚ ਹੈ ਤਾਂ ਵੀ ਉਹਦਾ ਬੜਾ ਸਤਿਕਾਰ ਉੱਥੇ ਹੁੰਦਾ ਕਿ ਠੀਕ ਹੈ, ਤੂੰ ਤੇ ਨਾਮ ਨਹੀਂ ਜਪਿਆ ਪਰ ਤੂੰ ਨਾਮ ਜਪਣ ਵਾਲਾ ਪੁੱਤਰ ਪੈਦਾ ਕਰਕੇ ਆਈ ਹੈ। ਉਹਨੂੰ ਜੰਮ ਕੁਛ ਨਹੀਂ ਕਹਿੰਦੇ, ਬੜੇ ਸਤਿਕਾਰ ਨਾਲ ਲੈ ਕੇ ਜਾਂਦੇ ਨੇ ਕਿ ਭਗਤ ਦੀ ਮਾਂ ਹੈ। ਇਸ ਲਈ ਕਹਿੰਦੇ ਕੁਲ ਉਧਾਰੇ ਆਪਣ। ਜਿਹੜਾ ਗੁਰੂ ਦੀ ਮੱਤ 'ਤੇ ਚੱਲ ਕੇ ਨਾਮ ਜਪਦਾ ਨਾ, ਆਪਣੇ ਸਾਰੇ ਖਾਨਦਾਨ ਦਾ ਭਲਾ ਕਰਦਾ। ਅਤੇ ਉਹਦੀ ਮਾਂ ਵੀ ਧਨਤਾ ਦੇ ਯੁੱਗ ਦੇ ਜਿਹਨੇ ਪੈਦਾ ਜੜਿੰਦੀ ਜਣਨ ਵਾਲੀ ਪੈਦਾ ਕਰਨ ਵਾਲੀ ਮਾਇਆ। ਹਾਂ, ਸੋਭਾ ਸੁਰਤ ਸੁਹਾਵਨੀ ਜਿਨ ਹਰ ਸੇਤੀ ਚਿਤ ਲਾਏ। ਜਿਹਨੇ ਹਰੀ ਦੇ ਨਾਲ ਸੇਤੀ ਮੈਨੇ ਨਾਲ, ਜਿਹਨੇ ਹਰੀ ਦੇ ਨਾਲ ਆਪਣਾ ਚਿੱਤ ਜੋੜ ਲਿਆ। ਸੋਭਾ ਸੁਰਤ ਸੁਹਾਵਨੀ, ਉਹਦੀ ਜਿਹੜੀ ਸੁਰਤ ਹੈ, ਉਹਦੀ ਜਿਹੜੀ ਸੋਝੀ ਹੈ, ਉਹ ਬਹੁਤ ਉੱਚੀ ਹੋ ਜਾਂਦੀ ਹੈ। ਉਹਦੀ ਬੜੀ ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ ਉਸਦੀ। ਉਹਦਾ ਜੀਵਨ ਸੁਹਾਵਣਾ ਹੋ ਜਾਂਦਾ ਕਿਉਂਕਿ ਪਰਮਾਤਮਾ ਨਾਲ ਉਹਨੇ ਚਿੱਤ ਜੋੜਿਆ ਹੋਇਆ ਹੈ। ਅਸੀਂ ਕਈ ਵਾਰੀ ਵਾਹਿਗੁਰੂ ਵਾਹਿਗੁਰੂ ਤੇ ਕਰਦੇ ਹਾਂ ਪਰ ਸਾਡਾ ਚਿੱਤ ਕਿਤੇ ਹੋਰ ਗਿਆ ਹੁੰਦਾ। ਬਹੁਤੇ ਪਾਠ ਦੀ ਜਾਂ ਬਹੁਤੇ ਵਾਹਿਗੁਰੂ ਦੀ ਲੋੜ ਨਹੀਂ ਕਹਿਣ ਦੀ, ਮਹਾਨਤਾ ਹੈ ਕਿੰਨੀ ਇਕਾਗਰਤਾ ਨਾਲ ਤੁਸੀਂ ਪਾਠ ਕਰ ਰਹੇ ਜਗ੍ਹਾ। ਸੁਖਮਨੀ ਸਾਹਿਬ ਦਾ ਭਾਵੇਂ ਵੀ ਮੈਂ ਜੇ ਰੋਜ਼ 11 ਸੁਖਮਨੀ ਸਾਹਿਬ ਦੇ ਪਾਠ ਕਰਦਾ, ਉਸ ਦੇ ਇੱਕ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਫਲ ਨਾ ਮਿਲਦਾ ਹੋਵੇ, ਜੇ ਬੇਧਿਆਨੀ ਹੋ ਕੇ ਕਰੋਗੇ, ਧਿਆਨ ਨਾਲ ਕਰੋ, ਕੀ ਪਤਾ ਇੱਕ ਪਾਠ ਹੀ ਬਹੁਤ ਹੋਵੇ। ਮੈਂ ਕਈ ਵਾਰੀ ਸੋਚਦਾ ਜਾਣ ਸੀ ਜੇ ਤੂੰ 3 ਸੁਖਮਨੀ ਸਾਹਿਬ ਦੇ ਪਾਠ ਕਰੇ ਤਾਂ ਜਾ ਕੇ ਤੇਰਾ ਇੱਕ ਬਣੇਗਾ। ਕਿਉਂ? ਇਹ ਧਿਆਨ ਟਿਕਦੇ ਹੀ ਨਹੀਂ ਹੈਗੇ। ਕਦੇ ਜ਼ਿਆਦਾ ਵਾਰੀ ਬਾਹਰ ਚਲੇ ਜਾਂਦੇ, ਕਦੇ ਥੋੜ੍ਹੇ ਵਾਰੀ ਜਾਂਦੇ, ਬਸ ਐ ਨਹੀਂ, ਇਹ ਖੇੜੇ ਜਲੰਦਾ ਰਹਿੰਦਾ। ਫਿਰ ਇੱਕ ਹੋਇਆ ਤਾਂ ਨਾ ਪੂਰਾ। ਜੋ ਤੁਸੀਂ ਚੌਪਈ ਸਾਹਿਬ ਦਾ ਪਾਠ ਕਰਦੇ ਹੋ, ਉਹ ਕਹਿੰਦੇ ਵੀ ਜਿਹੜੇ ਇੱਕ ਵਾਰ ਵੀ ਚੌਪਈ ਦਾ ਪਾਠ ਕਰਦੇ ਨਾ, ਉਹ ਕਦੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਜਿਹੜੇ ਇੱਕ ਵਾਰ ਵੀ ਚੌਪਈ ਦਾ ਪਾਠ ਕਰ ਲਓ, ਜੰਮਣ ਮਰਨ ਤੋਂ ਰਹਿਤ ਹੋ ਜਾਂਦਾ। ਅਤੇ ਮੈਂ ਸੋਚਦਾ ਆਪਾਂ ਤਾਂ ਰੋਜ਼ ਕੀ ਕਰਦੇ ਅਤੇ ਗੱਲ ਅਜੇ ਕੋਈ ਬਣ ਨਹੀਂ ਰਹੀ। ਕਿਉਂ? ਇੱਕ ਵੀ ਨਹੀਂ ਧਿਆਨ ਨਾਲ ਹੁੰਦਾ। ਲੈ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ, ਇਰਾਦਾ ਕਰ ਲਿਓ ਮੈਂ ਪੂਰੇ ਧਿਆਨ ਨਾਲ ਇੱਕ ਪਾਠ ਪੂਰਾ ਕਰਾਂ, ਸਵਾਲ ਹੀ ਪਤਾ ਨਹੀਂ ਪੂਰਾ ਹੋ ਜਾਏ। ਐਵੇਂ ਨਹੀਂ ਉਹਨਾਂ ਨੇ ਕਿਹਾ ਵੀ ਇੱਕ ਹੀ ਚੌਪਈ ਦਾ ਪਾਠ ਬਹੁਤ ਹੈ। ਅੜੇਲੇ 'ਚ ਆਉਂਦਾ ਕਿ ਨਹੀਂ? ਹਾਂ, ਅੜੇਲੇ 'ਚ ਇਹੀ ਲਾਈਨ ਆਉਂਦੀ ਹੈ, ਇੱਕ ਵਾਰੀ ਕਦੇ ਬਹੁਤ ਹੈ। ਇੱਥੇ 21 ਵਾਰ 'ਚ ਵੀ ਨਹੀਂ ਗੱਲ ਬਣਦੀ। ਤਾਂ ਕਹਿਣਾ ਪੈਂਦਾ ਰੋਜ਼ 21 ਪਾਠ ਕਰਿਆ ਕਰੋ ਵੀ ਸ਼ਾਇਦ ਇੱਕ ਜੋਗਾ ਹੋ ਜਾਏ। 21 ਰਲਾ ਕੇ ਸ਼ਾਇਦ ਇੱਕ ਜਿੰਨਾ ਸਾਨੂੰ ਫਲ ਮਿਲ ਜਾਏ। ਸੋ ਮਹਾਨਤਾ ਸਾਰੀ ਧਿਆਨ ਦੀ ਹੈ, ਬਹੁਤੇ ਦੀ ਨਹੀਂ ਹੈਗੀ। ਬਹੁਤੇ ਕਰਕੇ ਕਈ ਵਾਰ ਅੰਦਰ ਹਉਮੈ ਪੈਦਾ ਹੁੰਦੀ ਹੈ। ਮੈਂ ਰੋਜ਼ 10 ਪਾਠ ਕਰਦਾ ਜੀ, ਮੈਂ ਰੋਜ਼ ਇੰਨੇ ਪਾਠ ਕਰਦਾ ਜੀ। ਕਿਹੜੇ ਇੱਕ ਸਿਆਪ ਹੈ, ਇਹ ਹਉਮੈ ਵੀ ਪੈਦਾ ਕਰ ਸਕਦਾ ਹੈ। ਮੈਂ ਤਾਂ ਰੋਜ਼ 11 ਸੁਖਮਨੀ ਸਾਹਿਬ ਪਾਠ ਕਰਦਾ, ਮੈਂ ਜੀ ਰੋਜ਼ 5 ਕਰਦਾ ਜੀ, ਮੈਂ ਰੋਜ਼ ਇੰਨਾ ਕਰਦਾ। ਹਾਂ ਜੀ, ਮਹਾਨਤਾ ਇੰਨੀਆਂ ਊਨੀਆਂ ਦੀ ਨਹੀਂ ਹੈ। ਮਹਾਨਤਾ ਹੈ ਵੀ ਜਿੰਨਾ ਤੁਸੀਂ ਕੀਤਾ ਕੀ ਉਹ ਧਿਆਨ ਨਾਲ ਕੀਤਾ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਸਿੱਖਿਆ ਇਹੀ ਦਿੱਤੀ ਸੀ। ਜਦੋਂ ਉਹਨਾਂ ਨੇ ਦੁਕਾਨਦਾਰੀ ਛੱਡਤੀ, ਉਹਨਾਂ ਨੂੰ ਪਰਮਾਤਮਾ ਦਾ ਹੁਕਮ ਹੋ ਗਿਆ ਕਿ ਜਾਓ ਮੇਰਾ ਨਾਮ ਜਪਾਓ। ਠੀਕ ਹੈ, ਉਹ ਮੜੀਆ ਜਾ ਬੈਠੇ। ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ, ਇਹੀ ਕਹੀ ਜਾਂਦੇ ਨੇ। ਉੱਥੇ ਮੁੱਲਾ ਵੀ ਆ ਗਿਆ ਹੈ ਅਤੇ ਉੱਥੇ ਨਵਾਬ ਵੀ ਆ ਗਿਆ। ਕਹਿੰਦੇ ਨਾਨਕ ਜੇ ਤੇਰੀਆਂ ਨਜ਼ਰਾਂ 'ਚ ਹਿੰਦੂ ਮੁਸਲਮਾਨ 'ਚ ਕੋਈ ਫਰਕ ਨਹੀਂ ਤਾਂ ਕੱਲ੍ਹ ਨੂੰ ਜੁਮਾ ਹੈ, ਸ਼ੁੱਕਰਵਾਰ ਆਪਾਂ ਕਹਿੰਦੇ, ਇਹ ਸ਼ੁੱਕਰਵਾਰ ਨਮਾਜ਼ ਪੜ੍ਹਦੇ, ਤਾਂ ਸਾਡੇ ਨਾਲ ਆ ਕੇ ਮਸੀਤ ਜੁਮੇ ਦੀ ਨਮਾਜ਼ ਪੜ੍ਹੀ, ਗੁਰੂ ਮਾਰ ਕੇ ਪੜ੍ਹ ਲਾਂਗੇ। ਉਹ ਤਾਂ ਸਾਰੇ ਸ਼ਹਿਰ 'ਚ ਜੰਗਲ ਦੀ ਅੱਗ ਵਾਂਗ ਗੱਲ ਫੈਲ ਗਈ ਵੀ ਇੱਕ ਹਿੰਦੂ ਮਸੀਤ 'ਚ ਜਾ ਕੇ ਨਮਾਜ਼ ਪੜ੍ਹੂ।
ਬੜਾ ਅਜੀਬ ਲੱਗੂ। ਮੁਸਲਮਾਨ ਗੁਰਦੁਆਰੇ 'ਚ ਆ ਜੇ, ਆ ਬੈਠ ਕੇ ਪਾਠ ਸੁਣੇ, ਕੀਰਤਨ ਸੁਣੇ, ਅਸੀਂ ਬੜੇ ਖੁਸ਼ ਹੁੰਦੇ ਹਾਂ, ਪਹਿਲੋਂ ਭਾਈ ਉਹ ਆਏ ਨੇ। ਜੇ ਸਾਡੇ ਵਰਗਾ ਕੋਈ ਮਸੀਤ 'ਚ ਚਲਿਆ ਜਾਵੇ, ਉਂਝ ਅੰਮ੍ਰਿਤਧਾਰੀ ਬੜੇ ਫਿਰਦੇ ਨੇ ਜੀ, ਇਹ ਮਸੀਤਾਂ ਮੰਦਿਰਾਂ 'ਚ ਫਿਰੀ ਜਾਂਦੇ ਨੇ ਜੀ, ਇਹ ਕਹਿੰਦਾ ਅਕਾਲ ਤਖਤ 'ਤੇ ਸੱਦੋ ਜੀ, ਇਹਨੇ ਕਰਨਾ। ਅਸੀਂ ਕੱਟੜ ਹੋ ਗਏ ਹਾਂ। ਅਸੀਂ ਚਾਹੁੰਦੇ ਹਾਂ ਦੂਜੇ ਤੇ ਸਾਡੇ ਆਉਣ, ਅਸੀਂ ਨਾ ਕਿਸੇ ਦੇ ਜਾਈਏ। ਵੀ ਇਹ ਕਿਵੇਂ ਗੱਲ ਬਣੇਗੀ ਬਈ? ਮੰਨ ਲਓ ਮੈਂ ਪੰਡਤ ਦੇ 2-4 ਮੰਦਰਾਂ ਦੇ ਪੁਜਾਰੀਆਂ ਨੂੰ ਮੇਰਾ ਪ੍ਰੇਮ ਹੈ, ਉਹਨਾਂ ਨਾਲ, ਹਨੂੰਮਾਨ ਦੇ ਮੰਦਰ ਨੇ ਉਹਨਾਂ ਨਾਲ ਮੇਰਾ ਪ੍ਰੇਮ ਹੈ, ਆਹ ਮੰਦਰ ਆ ਇਹਨਾਂ ਨਾਲ ਮੇਰਾ ਪ੍ਰੇਮ ਹੈ, ਮੈਂ ਮੰਨ ਲਓ ਇਹਨਾਂ ਇਨਵਾਈਟ ਕਰ ਲੈਣਾ, ਉਹ ਆ ਗਏ, ਉਹ ਮੈਨੂੰ ਆਪਣੇ ਮੰਦਰ 'ਚ ਕਿਸੇ ਦਿਨ ਇਨਵਾਈਟ ਕਰਦੇ, ਮੈਂ ਚਲਿਆ ਜਾਵਾਂ, ਅਤੇ ਹੋ ਸਕਦਾ ਮੇਰੀ ਕੋਈ ਫੋਟੋ ਖਿੱਚ ਕੇ ਪਾ ਦੇਗਾ, ਲਓ ਜੀ ਅੰਮ੍ਰਿਤਧਾਰੀ ਆ ਮੰਦਰ 'ਚ ਬੈਠਾ ਮੱਥਾ ਟੇਕ ਰਿਹਾ ਮੂੰਹ। ਅਸੀਂ ਇਹੋ ਜਿਹੇ ਕਮਾਲ ਦੇ ਬੰਦੇ। ਕਿੰਨੇ ਮੁਸਲਮਾਨ ਮੈਂ ਦੇਖਿਆ ਜਿਹੜੇ ਪਾਕਿਸਤਾਨ ਤੋਂ ਆਉਂਦੇ ਨੇ, ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ। ਤੁਸੀਂ ਕਦੇ ਕਿਸੇ ਮਸੀਤ 'ਚ ਗਏ ਹੋ? ਕੋਈ ਹਿੰਦੂ ਕਹਦੇ ਹਾਂ ਜੀ ਮੈਂ ਫਲਾਣੀ ਮਸੀਤ 'ਚ ਗਿਆ ਸੀ, ਕੋਈ ਸਿੱਖ ਕਹਦੇ ਮੈਂ ਗਿਆ ਸੀ ਨਾ। ਸਾਨੂੰ ਤਾਂ ਇਹੀ ਨਹੀਂ ਪਤਾ ਮਸੀਤ ਦੇ ਅੰਦਰ ਹੈ ਕੀ, ਵੀ ਮੁਸਲਮਾਨ ਉੱਥੇ ਕਿਸ ਨੂੰ ਜਾ ਕੇ ਮੱਥਾ ਟੇਕਦੇ, ਸਾਨੂੰ ਤਾਂ ਇਹ ਵੀ ਨਹੀਂ ਪਤਾ, ਕਿਉਂ ਅਸੀਂ ਕਦੇ ਗਏ ਹੀ ਨਹੀਂ। ਅਤੇ ਜੇ ਕਿਤੇ ਭੁੱਲ ਚੁੱਕ ਕੇ ਚਲੇ ਗਏ ਤਾਂ ਸਾਡੀ ਵੀਡੀਓ ਵਾਇਰਲ ਕਰ ਦੇਣੀ, ਆ ਫਿਰਦੇ ਹੋ ਜੀ ਵੱਡੇ ਜੀ ਅੰਮ੍ਰਿਤਧਾਰੀ ਨੇ, ਉਂਝ ਉੱਤੋਂ ਦੀ ਕਿਰਪਾਨਾਂ ਪਾ ਰੱਖੀਆਂ ਜੀ, ਐਂ ਫਿਰੀ ਜਾਂਦੇ ਨੇ। ਅਸੀਂ ਤੁਰੰਤ ਪਾ ਦੇਂਗੇ। ਬਰੋਡ ਮਾਈਂਡਡ ਹੋਣਾ ਚਾਹੀਦਾ ਹੈ, ਨੈਰੋ ਮਾਈਂਡਡ ਨਹੀਂ ਹੋਣਾ ਚਾਹੀਦਾ। ਗੁਰਬਾਣੀ ਤਾਂ ਬਹੁਤ ਸਾਡੇ ਹਿਰਦੇ ਨੂੰ ਵਿਸ਼ਾਲ ਬਣਾਇਆ ਹੋਇਆ। ਠੀਕ ਹੈ, ਹਰ ਇੱਕ ਧਾਰਮਿਕ ਬੰਦੇ ਦਾ ਫਰਜ਼ ਬਣਦਾ ਕਿ ਆਪਣੇ ਧਰਮ ਦੇ ਅਨੁਸਾਰ ਮੰਨੇ, ਜਿਸ ਧਰਮ ਨੂੰ ਮੰਨੇ, ਪਰ ਦੂਜਿਆਂ ਦੇ ਜਾਣ 'ਚ ਕੀ ਹਰਜ ਹੈ? ਇਸ ਤਰ੍ਹਾਂ ਆਪਸੀ ਪਿਆਰ ਵੱਧਦਾ ਹੈ, ਆਪਾਂ ਇੱਕ ਦੂਜੇ ਦੇ ਜਾਵਾਂਗੇ, ਦੁੱਖ ਸੁੱਖ ਸਾਂਝੇ ਵਾਲ ਹੋਵਾਂਗੇ, ਆਪਸੀ ਪਿਆਰ ਵੱਧਦਾ। ਸੋ ਗੁਰੂ ਮਹਾਰਾਜ ਕਹਿੰਦੇ, ਸੋਭਾ ਸੁਰਤ ਸੁਹਾਵਨੀ ਜਿਨ ਹਰ ਸੇਤੀ ਚਿਤਲਾ। ਜਿਹਨੇ ਹਰੀ ਦੇ ਨਾਲ ਆਪਾਂ ਮਨ ਜੋੜ ਲਿਆ ਨਾ, ਉਹਦੀ ਬੜੀ ਸੋਭਾ ਹੁੰਦੀ ਹੈ, ਉਹਦੀ ਜਿਹੜੀ ਸੁਰਤ ਹੈ ਉਹ ਬਹੁਤ ਉੱਚੀ ਹੋ ਜਾਂਦੀ ਹੈ। ਸ਼ਲੋਕ ਮਹਿਲਾ ਦੂਜਾ। ਅੱਖੀਂ ਬਾਝੋਂ ਵੇਖਣਾ, ਅੱਖੀਂ ਖੱਖੇ ਨੂੰ ਬੈਰੀ ਬਿੰਦੀ, ਅੱਖਾਂ ਨੂੰ, ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਭੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਕਹਿੰਦਾ ਅੱਖੀਂ ਬਾਝੋਂ ਵੇਖਣਾ। ਜੇ ਅੱਖਾਂ ਤੋਂ ਬਿਨਾਂ ਵੇਖਿਆ ਜਾਵੇ, ਅਜੀਬ ਲੱਗਦਾ ਗੱਲ ਵੀ ਕੀ, ਵੀ ਅੱਖਾਂ ਤੋਂ ਬਿਨਾਂ ਦੇਖੋ। ਜੇ ਤਾਂ ਤੁਸੀਂ ਪੜ੍ਹੋ ਤੀਸਰੇ ਪਾਤਸ਼ਾਹ ਦੀ ਬਾਣੀ ਆਨੰਦ ਸਾਹਿਬ, ਫਿਰ ਉਹ ਦੱਸਣਗੇ ਇਹ ਅੱਖਾਂ ਕਾਹਦੇ ਲਈ ਲਾਈਆਂ, ਇਹ ਕੰਨ ਕਾਹਦੇ ਲਈ ਲਾਏ ਨੇ, ਇਹ ਜੀਭ ਕਾਹਦੇ ਲਈ ਲਾਈ ਹੈ। ਇਹ ਜਿਸ ਲਈ ਲਾਈ ਹੈ ਉਹ ਤੇ ਅਸੀਂ ਉਸ ਤੋਂ ਕੰਮ ਹੀ ਨਹੀਂ ਲੈਂਦੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੱਖਾਂ ਇਸ ਲਈ ਲਾਈਆਂ ਕਿ ਤੂੰ ਇਹਨਾਂ ਅੱਖਾਂ ਨਾਲ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਵੇਖਣਾ, ਤੂੰ ਇਹਨਾਂ ਅੱਖਾਂ ਨਾਲ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਣਾ। ਭਾਵ ਹਰ ਇੱਕ ਦੇ ਵਿੱਚ ਪਰਮਾਤਮਾ ਨੂੰ ਵੇਖਣਾ ਹੈ। ਅਸੀਂ ਸੰਸਾਰ ਦੇ ਰੰਗ ਤਮਾਸ਼ੇ ਵੇਖਦੇ, ਜਦੋਂ ਅੱਖਾਂ ਤੋਂ ਬਿਨਾਂ ਅਸੀਂ ਵੇਖਣ ਲੱਗਾਂਗੇ ਨਾ, ਸਮਝੋ ਹੁਣ ਅੱਖਾਂ ਤੁਸੀਂ ਕੰਮ ਲੈ ਰਹੇ। ਜੋ ਅੱਖਾਂ ਸਾਡੀਆਂ ਹੁਣ ਵੇਖ ਰਹੀਆਂ ਨੇ ਨਾ, ਕਹਿੰਦੇ ਇਹ ਨਹੀਂ ਵੇਖਣਾ, ਇਹ ਸੰਸਾਰ ਦੇ ਰੰਗ ਤਮਾਸ਼ੇ ਇਹਨਾਂ ਨਾਲ ਨਹੀਂ ਵੇਖਣੇ, ਇਹਨਾਂ ਨਾਲ ਤੇ ਹਰ ਇੱਕ ਦੇ ਵਿੱਚ ਪਰਮਾਤਮਾ ਨੂੰ ਵੇਖਣਾ ਹੈ। ਵਿਣ ਕੰਨਾਂ ਸੁਣਨਾ, ਕੰਨਾਂ ਤੋਂ ਬਿਨਾਂ ਸੁਣਨਾ। ਇਹ ਸਰਵਣੋ ਮੇਰਿਓ, ਹੇ ਮੇਰੇ ਕੰਨੋਂ, ਹੇ ਸ਼ਰਵਣੋ ਮੇਰਿਓ, ਸਾਚਾ ਸੁਣਨੇ ਨੂੰ ਪਠਾਏ। ਤੁਹਾਨੂੰ ਤੇ ਕਹਿੰਦੇ ਨਾਮ ਸੁਣਨ ਲਈ ਭੇਜਿਆ ਸੀ, ਅਤੇ ਤੁਸੀਂ ਆ ਚੁਗਲੀ ਨਿੰਦਿਆ ਗੰਦੇ ਗੀਤ ਸੁਣੀ ਜਾਂਦੇ ਹੋ। ਜਦੋਂ ਅਸੀਂ ਕੰਨਾਂ ਤੋਂ ਬਿਨਾਂ ਸੁਣਾਂਗੇ
ਹੁਣ ਕੋਈ ਸਮਝ ਆ ਰਹੀ ਥੋੜ੍ਹੀ ਥੋੜ੍ਹੀ? ਅਸੀਂ ਕੰਨਾਂ ਦੇ ਨਾਲ ਗੰਦ ਮੰਦ ਚੁਗਲੀ ਨਿੰਦਿਆ ਇਹੋ ਜਿਹੀਆਂ ਚੀਜ਼ਾਂ ਜਾਂ ਗਾਣੇ ਸੁਣ ਲਏ, ਇਹ ਚੀਜ਼ਾਂ ਕਰ ਲਏ। ਕਹਿੰਦੇ ਜਦੋਂ ਕੰਨਾਂ ਤੋਂ ਬਿਨਾਂ ਸੁਣਾਂਗੇ, ਅੱਖਾਂ ਤੋਂ ਬਿਨਾਂ ਵੇਖਾਂਗੇ, ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਿਨਾਂ ਤੁਰਾਂਗੇ। ਬਾਣੀ ਜੇ ਪੜ੍ਹੋ ਤਾਂ ਕਹਿੰਦੀ ਪੈਰ ਪਰਮਾਤਮਾ ਨੇ ਇਸ ਲਈ ਲਾਏ ਨੇ ਕਿ ਇਹਨਾਂ ਨਾਲ ਤੁਰ ਕੇ ਤੂੰ ਸਤਸੰਗ 'ਚ ਜਾਣਾ, ਇਹ ਤਾਂ ਇਸ ਲਈ ਲਾਏ ਨੇ। ਤੇ ਜਾਂਦਾ ਬੰਦਾ ਕੁਸੰਗਤ ਵਾਲੇ ਪਾਸੇ ਪੈਰਾਂ ਨਾਲ, ਜਾਂਦਾ ਬੰਦਾ ਚੋਰੀਆਂ ਕਰਨਾ ਪੈਰਾਂ ਨਾਲ, ਇਹਨਾਂ ਡਾਕੇ ਮਾਰਨਾ, ਇਹਨਾਂ ਨੂੰ ਹੋਰ ਮਾੜੇ ਕੰਮਾਂ ਨੂੰ ਜਾਂਦਾ। ਕਿ ਜਦੋਂ ਪੈਰਾਂ ਤੋਂ ਬਿਨਾਂ ਚੱਲਾਂਗੇ, ਬਿਨ ਹੱਥਾਂ ਕਰਨਾ, ਹੱਥ ਦੀ ਤੇਰੀ ਸੇਵਾ ਕਰਨ ਲਈ, ਇਹਨਾਂ ਹੱਥਾਂ ਨਾਲ ਕੁੱਟਮਾਰ ਕਰ ਰਿਹਾ, ਇਹਨਾਂ ਹੱਥਾਂ ਨਾਲ ਕਤਲ ਕਰ ਰਿਹਾ, ਇਹਨਾਂ ਹੱਥਾਂ ਨਾਲ ਬੁਰੇ ਕੰਮ ਕਰ ਰਿਹਾ ਹੈ। ਕਹਿੰਦੇ ਜਦੋਂ ਇਹ ਸਾਰਾ ਕੁਛ ਅਸੀਂ ਛੱਡ ਦਾਂਗੇ, ਆਪਾਂ ਵਿੱਚ ਜਦੋਂ ਸਾਰਾ ਕੁਛ ਛੱਡ ਦਾਂਗੇ, ਜੋ ਅਸੀਂ ਅੱਖਾਂ ਨਾਲ ਵੇਖ ਰਹੇ ਨਾ ਉਹ ਵੇਖਣਾ ਬੰਦ ਕਰ ਦਾਂਗੇ, ਜਿਹੜਾ ਕੰਨਾਂ ਨਾਲ ਹੁਣ ਸੁਣ ਰਹੇ ਹਾਂ ਉਹ ਸੁਣਨਾ ਜਦੋਂ ਬੰਦ ਕਰ ਦਿਆਂਗੇ, ਪੈਰਾਂ ਨਾਲ ਜਿੱਧਰ ਨੂੰ ਆਮ ਬੰਦੇ ਚੱਲ ਕੇ ਜਾ ਰਹੇ ਨੇ ਉਧਰ ਨੂੰ ਜਾਣਾ ਬੰਦ ਕਰ ਦੇਣਗੇ, ਹੱਥਾਂ ਦੇ ਜਿਹੜੇ ਕੰਮ ਮਾੜੇ ਕਰਦੇ ਨੇ ਜਦੋਂ ਉਹ ਬੰਦ ਕਰ ਦੇਣਗੇ, ਜੀਭ ਹੈ ਬਾਝੋ ਬੋਲਣਾ, ਜੀਭ ਤੇ ਦਿੱਤੀ ਸੀ ਨਾਮ ਜਪਣ ਲਈ, ਇਹ ਰਸਨਾ। ਉਹ ਧਿਆਨ ਨਾਲ ਪੜ੍ਹੋ ਆਨੰਦ ਸਾਹਿਬ, ਜਦੋਂ ਉਹ ਪੜ੍ਹੀ ਦਾ ਆ ਵੇਖੀ ਦਾ ਬਿਲਕੁਲ ਉਲਟ ਸੁਲਟ ਹੈ, ਉਲਟ ਸੁਲਟ। ਉੱਥੇ ਦੱਸੇ ਕੰਨ ਕਾਹਦੇ ਲਈ ਲਾਏ ਨੇ, ਜੀਭ ਕਾਹਦੇ ਲਈ ਲਾਈ, ਅੱਖਾਂ ਕਾਹਦੇ ਲਾਈ। ਸੋ ਕਹਿੰਦੇ ਜੀਭ ਹੈ ਬਾਝੋ ਬੋਲਣਾ, ਜਦੋਂ ਅਸੀਂ ਜੀਭ ਤੋਂ ਬਿਨਾਂ ਬੋਲਣ ਲੱਗ ਜਾਵਾਂਗੇ, ਭਾਵ ਜੀਭ ਨਾਲ ਕੋਈ ਗੰਦ ਮੰਦ ਨਹੀਂ ਬੋਲਾਂਗੇ, ਜੀਭ ਦੇ ਨਾਲ ਕੋਈ ਝੂਠ ਨਹੀਂ ਬੋਲਾਂਗੇ, ਜੀਭ ਦੇ ਨਾਲ ਕੋਈ ਨਿੰਦਾ ਚੁਗਲੀ ਨਹੀਂ ਕਰਾਂਗੇ, ਜੀਭ ਦੇ ਨਾਲ ਜਦੋਂ ਅਸੀਂ ਬਾਣੀ ਪੜ੍ਹਾਂਗੇ, ਨਾਮ ਜਪਾਂਗੇ, ਇਹ ਹੈ ਬਿਨਾਂ ਜੀਭ ਤੋਂ ਬੋਲਣਾ, ਇਉਂ ਜੀਵਤ ਮਰਨ। ਜਦੋਂ ਇਸ ਤਰ੍ਹਾਂ ਕਰੇ ਸਮਝ ਅਸੀਂ ਜਿਉਂਦੇ ਹੀ ਮਰ ਗਏ ਹਾਂ। ਜਿਉਂਦੇ ਮਰਨ ਦਾ ਮਤਲਬ ਅੰਦਰੋਂ ਹਉਮੈ ਖਤਮ ਕਰ ਦੇਣਾ। ਜਦੋਂ ਮਨੁੱਖ ਜਿਉਂਦਿਆਂ ਹੀ ਮਰ ਜਾਵੇ ਸਮਝੇ ਮੁਕਤ ਹੋ ਗਿਆ ਹੈ, ਉਹਦੇ ਅੰਦਰ ਹੰਕਾਰ ਖਤਮ ਹੋ ਗਿਆ। ਹੰਕਾਰ ਹੀ ਸਾਨੂੰ ਮੁਕਤ ਨਹੀਂ ਹੋਣ ਦਿੰਦਾ। ਜਦੋਂ ਮਨੁੱਖ ਦੇ ਅੰਦਰ ਹੰਕਾਰ ਖਤਮ ਹੋ ਜਾਏਗਾ ਨਾ ਮੁਕਤ ਹੋ ਜਾਣਾ। ਇਹ ਹੈ ਜਿਉਂਦੇ ਮਰਨਾ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣ। ਜਦੋਂ ਪਰਮਾਤਮਾ ਦੇ ਹੁਕਮ ਦਾ ਪਤਾ ਲੱਗ ਜਾਏਗਾ ਫਿਰ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਫਿਰ ਉਹਦੇ ਹੁਕਮ ਅਨੁਸਾਰ ਚੱਲਾਂਗੇ, ਫਿਰ ਉਹਨੂੰ ਮਿਲਾਂਗੇ। ਸਾਨੂੰ ਤਾਂ ਜੇ ਪਰਮਾਤਮਾ ਦੇ ਹੁਕਮ ਦਾ ਹੀ ਨਹੀਂ ਪਤਾ। ਇਹ ਤਾਂ ਬਾਣੀ ਪੜ੍ਹ ਕੇ ਪਤਾ ਲੱਗ ਗਿਆ ਪਰਮਾਤਮਾ ਦਾ ਕੀ ਹੁਕਮ ਹੈ। ਆਮ ਲੋਕਾਂ ਨੂੰ ਪੁੱਛੇ ਪਰਮਾਤਮਾ ਦਾ ਕੀ ਹੁਕਮ ਹੈ, ਕਹਿੰਦੇ ਅਸੀਂ ਕਿਹੜਾ ਪਰਮਾਤਮਾ ਵੇਖਿਆ, ਨਾ ਸਾਨੂੰ ਪਤਾ ਦਾ ਕੀ ਹੁਕਮ ਹੈ। ਹੁਣ ਆਮ ਬੰਦੇ ਨੂੰ ਪੁੱਛੇ ਵੀ ਗੁਰਬਾਣੀ 'ਚ ਲਿਖਿਆ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਵੀ ਹੇ ਇਨਸਾਨ ਜਦ ਤੂੰ ਪੈਦਾ ਹੋਇਆ ਪਰਮਾਤਮਾ ਨੇ ਤੇਰੇ ਨਾਲ ਹੀ ਲਿਖਤਾ ਕਿ ਤੂੰ ਮੇਰੇ ਹੁਕਮ ਵਿੱਚ ਚੱਲਣਾ। ਅਤੇ ਬੰਦਾ ਕਹੇ ਜੀ ਮੈਨੂੰ ਤਾਂ ਰੱਬ ਦਾ ਹੁਕਮ ਹੀ ਨਹੀਂ ਪਤਾ, ਮੈਨੂੰ ਤਾਂ ਉਹਦਾ ਹੁਕਮ ਹੀ ਨਹੀਂ ਪਤਾ। ਗੁਰਬਾਣੀ ਕਹਿੰਦੇ ਹੂੰ ਆਪੋਂ ਬੋਲ ਨਾ ਜਾਣਦਾ ਸਭ ਕਹਿਆ ਹੁਕਮ ਆਓ ਜੀ। ਇਹ ਤਾਂ ਕਹੇ ਜੋ ਮੈਨੂੰ ਹੁਕਮ ਹੋਇਆ ਮੈਂ ਤਾਂ ਉਹ ਕਿਹਾ। ਸਾਰੀ ਬਾਣੀ ਪਰਮਾਤਮਾ ਦਾ ਹੁਕਮ ਹੈ। ਇਹ ਬਾਣੀ ਦੇ ਅਨੁਸਾਰ ਚੱਲਣਾ, ਬਸ ਇਹ ਉਹਦੇ ਹੁਕਮ 'ਚ ਚੱਲਣਾ। ਜਦੋਂ ਅਸੀਂ ਕੋਈ ਕਰਮ ਗੁਰਬਾਣੀ ਦੇ ਵਿਰੁੱਧ ਕਰਦੇ ਹਾਂ ਸਮਝੋ ਅਸੀਂ ਪਰਮਾਤਮਾ ਦਾ ਹੁਕਮ ਨਹੀਂ ਮੰਨ ਰਹੇ ਅਤੇ ਸਾਨੂੰ ਸਜ਼ਾ ਮਿਲਣੀ ਹੀ ਮਿਲਣੀ। ਜਦੋਂ ਹੁਕਮ ਦੇਣ ਵਾਲੇ ਦਾ ਅਸੀਂ ਹੁਕਮ ਨਹੀਂ ਮੰਨਾਂਗੇ ਤਾਂ ਸਾਨੂੰ ਸਜ਼ਾ ਮਿਲਣੀ ਹੀ ਮਿਲਣੀ। ਬੱਚਾ ਮਾਂ ਪਿਓ ਦੇ ਆਖੇ ਨਹੀਂ ਲੱਗਦਾ, ਕੁੱਟ ਖਾਂਦਾ, ਝਿੜਕਾ ਖਾਂਦਾ। ਵਿਦਿਆਰਥੀ ਟੀਚਰ ਦੇ ਆਖੇ ਨਹੀਂ ਲੱਗਦਾ, ਥੱਪੜ ਖਾਂਦਾ। ਕਰਮਚਾਰੀ ਆਫਿਸਰ ਦੇ ਆਖੇ ਨਹੀਂ ਲੱਗਦਾ, ਉਹ ਐਕਸ਼ਨ ਲੈਂਦਾ ਹੈ। ਜੇ ਅਸੀਂ ਸਰਕਾਰ ਦੇ ਆਖੇ ਨਹੀਂ ਲੱਗਾਂਗੇ ਸਾਨੂੰ ਸਰਕਾਰ ਫੜ ਕੇ ਅੰਦਰ ਕਰ ਦਿੰਦੀ ਹੈ। ਸਰਕਾਰ ਨੇ ਕਿਹਾ ਨਾ ਵੀ ਜੇ ਚੌਂਕ ਆ ਜਾਏ ਤਾਂ ਅੱਗੇ ਇੱਕ ਧਾਰੀ ਲੱਗੀ ਹੋਈ ਹੈ, ਉਹ ਪਿੱਛੇ ਉਹਦੀ ਗੱਡੀ ਰੋਕਣੀ ਹੈ, ਉਹਨੂੰ ਕ੍ਰੋਸ ਨਹੀਂ ਤੁਸੀਂ ਕਰਨਾ। ਜੈਬਰਾ ਬਣਿਆ ਹੁੰਦਾ, ਤੁਸੀਂ ਗੱਡੀ ਲੈ ਕੇ ਅੱਗੇ ਪੁਲਿਸ ਵਾਲੇ ਖੜ੍ਹੇ ਕਹਿੰਦੇ ਆ ਜਾਓ ਸੱਜਣਾ, ਜਾਂਦਾ ਕਿੱਥੇ। ਉਹਨੇ ਕਿਹਾ ਵੀ ਹੈਲਮਟ ਪਾ ਕੇ ਜਾਣਾ। ਤੁਸੀਂ ਪਹਿਲਾਂ ਇੱਧਰ ਉੱਧਰ ਦੇਖਿਆ, ਕੋਈ ਨਹੀਂ ਦੇਖਦਾ,
ਲੰਘ ਗਏ ਬਿਨਾਂ ਹੈਲਮਟ ਦੇ, ਅੱਗੇ ਕੁਦਰਤੀ ਖੜੇ ਸੀ, ਉਹਨਾਂ ਨੂੰ ਆ ਜਾਵੇ ਸੱਜਣ। ਜਦੋਂ ਅਸੀਂ ਸਰਕਾਰ ਦਾ ਹੁਕਮ ਨਹੀਂ ਮੰਨਾਂਗੇ, ਸਰਕਾਰ ਸਾਨੂੰ ਸਜ਼ਾ ਦੇਵੇਗੀ। ਜਿਹਦਾ ਵੀ ਹੁਕਮ ਨਹੀਂ ਮੰਨਾਂਗੇ ਉਹੀ ਸਾਨੂੰ ਸਜ਼ਾ ਦੇਵੇਗਾ। ਜਿਹੜਾ ਕੰਮ ਵੀ ਅਸੀਂ ਗੁਰਬਾਣੀ ਦੇ ਵਿਰੁੱਧ ਕਰਾਂਗੇ ਉਹਦੀ ਸਾਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ। ਤੁਰੰਤ ਮਿਲ ਜੇ, ਚਾਹੇ 10 ਸਾਲ ਨੂੰ ਮਿਲ ਜੇ, ਚਾਹੇ ਅਗਲੇ ਜਨਮ 'ਚ ਮਿਲੇ। ਦੂਜਿਆਂ ਨੂੰ ਉਪਦੇਸ਼ ਦੇਣਾ ਬੜਾ ਆਸਾਨ ਹੁੰਦਾ ਹੈ। ਕਈ ਵਾਰੀ ਉਪਦੇਸ਼ ਦੇਣ ਦੇ ਪੈਸੇ ਮਿਲਦੇ ਨੇ, ਉਹਦਾ ਆਪਣਾ ਜੀਵਨ ਉਪਦੇਸ਼ ਅਨੁਸਾਰ ਨਹੀਂ ਹੁੰਦਾ, ਉਹ ਤਾਂ ਪੈਸੇ ਲਈ ਉਪਦੇਸ਼ ਦੇ ਰਿਹਾ। ਮੰਨ ਲਓ ਮੈਨੂੰ ਪੈਸੇ ਮਿਲਦੇ ਹੋਣ ਕਥਾ ਕਰਨ ਦੇ, ਤਾਂ ਮੈਂ ਤਾਂ ਪੈਸਿਆਂ ਦਾ ਧਿਆਨ ਧਰ ਕੇ ਕਥਾ ਕਰੂੰਗਾ ਅਤੇ ਆਪਣਾ ਰੇਟ ਵੀ ਰੱਖਾਂਗਾ। ਮੈਂ ਤਾਂ ਇੰਨੇ ਲਾਂਗਾ ਜੀ, ਗੁਰਬਾਣੀ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਦੂਜਿਆਂ ਨੂੰ ਉਪਦੇਸ਼ ਦੇ ਰਿਹਾ, ਆਪ ਉਸ ਉਪਦੇਸ਼ 'ਤੇ ਨਹੀਂ ਚੱਲ ਰਿਹਾ, ਕਦੇ ਉਹ ਤਾਂ ਮੁਕਤ ਹੋ ਹੀ ਨਹੀਂ ਸਕਦਾ। ਉਹਦੇ ਜੰਮਦਾ ਮਰਦਾ ਆਉਂਦਾ ਜਾਂਦਾ ਰਹੇਗਾ। ਇਸ ਲਈ ਉਪਦੇਸ਼ ਦੇਣਾ ਕੋਈ ਸੌਖਾ ਕੰਮ ਨਹੀਂ, ਇਹ ਬੜਾ ਔਖਾ। ਅਤੇ ਗੁਰਬਾਣੀ ਕਹਿੰਦੀ ਜਿਹੜਾ ਕੰਮ ਤੁਸੀਂ ਗੁਰਬਾਣੀ ਅਨੁਸਾਰ ਕਰੋਗੇ ਉਹਦਾ ਵੀ ਫਲ ਤੁਹਾਨੂੰ ਮਿਲਣਾ। ਜਿਹੜਾ ਕੰਮ ਗੁਰਬਾਣੀ ਦੇ ਵਿਰੁੱਧ ਕਰੋਗੇ ਉਹਦਾ ਫਲ ਵੀ ਮਿਲਣਾ। ਇੱਕ ਪਾਪ ਹੈ, ਇੱਕ ਪੁੰਨ ਹੈ। ਗੁਰਬਾਣੀ ਅਨੁਸਾਰ ਜਿੰਨੇ ਵੀ ਕਰਮ ਕੀਤੇ ਜਾਣਗੇ ਸਾਰੇ ਪੁੰਨ ਨੇ। ਗੁਰਬਾਣੀ ਦੇ ਵਿਰੁੱਧ ਜੋ ਵੀ ਕਰਮ ਕੀਤਾ ਜਾਏਗਾ ਉਹ ਪਾਪ ਹੈ, ਅਤੇ ਪਾਪ ਅਤੇ ਪੁੰਨ ਦੀ ਫਲ ਮਿਲਦਾ ਹੀ ਮਿਲਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨਾਨਕ ਹੁਕਮ ਪਛਾਣ ਕੇ ਤਉ ਖਸਮ ਮਿਲਣਾ। ਜਦੋਂ ਖਸਮ ਦਾ ਪਰਮਾਤਮਾ ਦਾ ਸਾਨੂੰ ਹੁਕਮ ਪਤਾ ਲੱਗ ਜਾਵੇਗਾ, ਫਿਰ ਹੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਜਿਵੇਂ ਬਾਈਬਲ ਦਾ ਪਹਿਲਾ ਹੀ ਚੈਪਟਰ 1971 ਦੀ ਗੱਲ ਹੈ। ਮੈਂ M.A. ਇੰਗਲਿਸ਼ ਕਰ ਲਈ। ਮੈਂ ਅੰਬਾਲੇ ਸਿਟੀ ਲੱਗਾ ਹੋਇਆ, ਨਾ ਅੰਬਾਲੇ ਕੈਂਟ। ਉੱਥੇ ਗਿਰਜਾ ਘਰ ਬਹੁਤ ਵੱਡਾ ਸੀ, ਉਹਨਾਂ ਦੇ ਨੇੜੇ ਮੇਰਾ ਮਕਾਨ ਸੀ, ਕਿਰਾਏ 'ਤੇ ਲਿਆ ਹੋਇਆ। ਮੈਂ ਕਈ ਵਾਰੀ ਸ਼ਾਮ ਨੂੰ ਪਾਦਰੀ ਨੂੰ ਮਿਲਣ ਚਲਿਆ ਜਾ ਕਰਦਾ ਸੀ, ਗੱਲਾਂ ਬਾਤਾਂ ਕਰ ਦੇਣਾ। ਹੌਲੀ ਮੇਰਾ ਜਾਣੂ ਹੋ ਗਿਆ ਉਹ। ਜਦੋਂ ਗਰਮੀਆਂ ਸਾਨੂੰ ਛੁੱਟੀਆਂ ਹੋਣ ਲੱਗੀਆਂ, ਮੈਨੂੰ ਕਹਿੰਦਾ ਜੀ ਹੁਣ ਗਰਮੀਆਂ ਛੁੱਟੀਆਂ ਆ ਰਹੀਆਂ, ਆ ਮੈਂ ਤੈਨੂੰ ਬਾਈਬਲ ਦਿੰਦਾ, ਤੁਸੀਂ ਛੁੱਟੀਆਂ 'ਚ ਪੜ੍ਹਿਓ। ਮੈਂ ਪੜ੍ਹ ਲਾਂਗਾ ਜੀ, ਮੈਂ ਪੜ੍ਹ ਲਾਂ। ਮੈਂ ਉਹਨੂੰ ਲੈ ਛੁੱਟੀਆਂ ਨੂੰ ਮੈਂ ਪੜ੍ਹਨ ਲੱਗਾ। ਉਹਦਾ ਜਿਹੜਾ ਪਹਿਲਾ ਚੈਪਟਰ ਸੀ ਉਸ 'ਚ ਲਿਖਿਆ ਸੀ ਕਿ ਪਰਮਾਤਮਾ ਨੇ ਪਹਿਲਾਂ ਪਾਣੀ ਬਣਾਇਆ, ਫਿਰ ਧਰਤੀ ਬਣਾਈ, ਫਿਰ ਪਹਾੜ ਬਣਾਏ, ਫਿਰ ਖਣਜ ਪਦਾਰਥ ਬਣਾਏ, ਫਿਰ ਜੀਵ ਜੰਤੂ ਬਣਾਏ, ਬਨਸਪਤੀ ਬਣਾਈ, ਅਖੀਰ 'ਤੇ ਇੱਕ ਬੰਦਾ ਅਤੇ ਇੱਕ ਜਨਾਨੀ ਬਣਾਈ। ਬੰਦੇ ਦਾ ਨਾਂ ਰੱਖਿਆ ਐਡਮ, ਜਨਾਨੀ ਦਾ ਨਾਂ ਰੱਖਿਆ ਈਵ। ਜਿਵੇਂ ਆਪਾਂ ਕਹਿੰਦੇ 84 ਲੱਖ ਜੂਨੀਆਂ 'ਚ ਸਭ ਤੋਂ ਸਰਬੋਤਮ ਜੂਨੀ ਮਨੁੱਖੀ ਜੂਨੀ ਹੈ। ਹੁਣ ਗੋਡ ਨੇ ਸੋਚਿਆ ਵੀ ਇਹ ਸਭ ਤੋਂ ਮੈਂ ਇਹ ਵਧੀਆ ਬਣਾਏ ਨੇ, ਇਹਨਾਂ ਦੇ ਰਹਿਣ ਲਈ ਥਾਂ ਵੀ ਵਧੀਆ ਚਾਹੀਦੀ ਹੈ। ਬਾਈਬਲ ਕਹਿੰਦੀ ਪਰਮਾਤਮਾ ਨੇ ਉਹਨਾਂ ਦੋਨਾਂ ਦੇ ਰਹਿਣ ਲਈ ਸਵਰਗ ਬਣਾਇਆ। ਪਰਮਾਤਮਾ ਨੂੰ ਦੋਨਾਂ ਨੂੰ ਸਵਰਗ 'ਚ ਲੈ ਗਏ, ਕਹਿੰਦੇ ਲਓ ਭਾਈ ਤੁਸੀਂ ਇੱਥੇ ਰਹੋ। ਆਹ ਦਰਖਤ ਨੇ, ਫਲਦਾਰ ਦਰਖਤ, ਇਹਨਾਂ ਦੇ ਤੁਸੀਂ ਫਲ ਖਾ ਸਕਦੇ ਹੋ, ਪਰ ਇੱਕ ਸ਼ਰਤ ਹੈ, ਜਿਹੜਾ ਤੁਹਾਡੇ ਘਰ ਦੇ ਸਾਹਮਣੇ ਬੂਟਾ ਲੱਗਾ ਇਹਦਾ ਫਲ ਨਹੀਂ ਖਾਣਾ, ਬਾਕੀ ਜਿਹੜਾ ਮਰਜ਼ੀ ਖਾ ਲਓ। 7 ਬਚਨ ਜੀ। ਬੜਾ ਸਮਾਂ ਉਹ ਦੋਨੋਂ ਜੀ ਰਹਿੰਦੇ ਰਹੇ। ਪਰਮਾਤਮਾ ਨੇ ਦੇਖਿਆ ਵੀ ਦੇਖਾਂ ਤੇ ਸਹੀ ਕੀ ਇਹ ਮੇਰਾ ਹੁਕਮ ਮੰਨਦੇ ਨੇ। ਜਿਵੇਂ ਆਪਾਂ ਕਹਿੰਦੇ ਪਰਮਾਤਮਾ ਨੇ ਮਾਇਆ ਬਣਾਈ, ਪਰਮਾਤਮਾ ਨੇ ਸੈਟਰਨ ਬਣਾਇਆ ਇੱਕ ਬੰਦਾ ਜਿਹਨੂੰ ਆਪਾਂ ਮਾਇਆ ਕਹਿੰਦੇ, ਉਹਨੂੰ ਭੇਜਿਆ ਉਹਨਾਂ ਕੋਲੇ, ਜਾ ਦੇਖ ਵੀ ਇਹ ਮੇਰਾ ਹੁਕਮ ਮੰਨਦੇ ਨੇ। ਉਹ ਕੁਦਰਤੀ ਐਡਮ ਬਾਹਰ ਗਿਆ ਸੀ, ਈਵ ਘਰ ਸੀ, ਉਹ ਆ ਗਿਆ, ਗੱਲਾਂ ਬਾਤਾਂ ਕਰਨ ਲੱਗ ਗਏ। ਉਹ ਕਹੇ ਹੋਰ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਐਡਮ ਕਿਸੇ ਬਾਹਰ ਗਏ ਹੋਏ ਨੇ ਜੀ। ਅੱਛਾ, ਕੀ ਖਾਂਦੇ ਹੋ ਜੀ? ਆਹ ਦਰਖਤਾਂ ਦੇ ਫਲ ਖਾਂਦੇ ਹੋ। ਆਹ ਜਿਹੜਾ ਤੁਹਾਡੇ ਘਰ ਦੇ ਸਾਹਮਣੇ ਫਲ ਲੱਗਾ ਇਹਦਾ ਕਦੇ ਖਾਧਾ? ਕਿ ਨਹੀਂ ਜੀ, ਗੋਡ ਨੇ ਕਿਹਾ, ਪਰਮਾਤਮਾ ਨੇ ਇਹ ਨਹੀਂ ਖਾਣਾ। ਪਰਮਾਤਮਾ ਵੀ ਕਹਿੰਦਾ ਬੜਾ ਚਲਾਕ ਹੈ,
ਜਿਹੜਾ ਸਭ ਤੋਂ ਮਿੱਠਾ ਫਲ ਹੈ ਉਹ ਤੁਸੀਂ ਨਹੀਂ ਖਾਣਾ, ਤੁਸੀਂ ਬੱਕ-ਬੱਕਾ ਖਾਂਦੇ ਹੋ। ਸਭ ਤੋਂ ਮਿੱਠਾ ਤਾਂ ਇਹੀ ਹੈ। ਉਹ ਤੋੜ ਲਿਆ ਇੱਕ ਫਲ ਜਾ ਕੇ, ਕਹਿੰਦਾ ਖਾ ਕੇ ਵੇਖ। ਨਾ, ਕਹਿੰਦੀ ਗੋਡ ਨੇ ਕਿਹਾ ਇਹ ਨਹੀਂ ਖਾਣਾ। ਕਹਿੰਦਾ ਬੀਬੀ ਖਾ ਕੇ ਤਾਂ ਵੇਖ, ਜੇ ਨਾ ਸਾਰਿਆਂ ਤੋਂ ਮਿੱਠਾ ਹੋਇਆ, ਜੋ ਮਰਜ਼ੀ ਮੈਨੂੰ ਸਜ਼ਾ ਦੇ ਲਈ। ਕਹੀ ਗਿਆ ਕਹੀ ਗਿਆ। ਇਹ ਮਨ ਐਸੀ ਚੀਜ਼ ਹੈ, ਇਹਨੂੰ ਕਹੀ ਜਾਓ ਕਹੀ ਜਾਓ ਕਹੀ ਜਾਓ, ਕਦੇ ਕਦੇ ਮੰਨ ਜਾਂਦਾ। ਤੁਹਾਡਾ ਬੱਚਾ ਜ਼ਿੱਦ ਕਰਦਾ, ਉਹ ਦੁੱਗ ਕਰਨ ਵਾਲਾ ਮੋਟਰਸਾਈਕਲ ਲੈ ਦਿਓ। ਉਹ ਦੁੱਗ ਕਰਨ ਕਿਹੜਾ ਹੁੰਦਾ? ਉਹ ਬੁਲਟ। ਤੁਸੀਂ ਕਹਿ ਰਹੇ ਭਈ ਇਹ ਤਾਂ ਪੈਸੇ ਹੈ ਨਹੀਂ, ਫਿਰ ਲੈ ਦੇਂਗੇ। ਉਹ ਰੀ 2-3 ਮਹੀਨੇ ਕਰਦਾ ਰਹਿੰਦਾ। ਤੁਸੀਂ ਕਹਿ ਲੈ ਯਾਰ ਦਫਾ ਹੋ, ਸਾਡਾ ਖਹਿੜਾ ਛੱਡ, ਲੈ ਲਾ। ਮੰਨ ਗਏ ਨਾ? ਉਹ ਕਹੀ ਗਿਆ। ਜਦੋਂ ਚੱਕ ਮਾਰਿਆ ਨਾ ਈਵ ਨੇ ਫਲ, ਕਹਿੰਦੇ ਕਿਉਂ ਹੈ ਨਾ ਮਿੱਠਾ? ਹਾਂ, ਕਹਿੰਦੇ ਸਭ ਤੋਂ ਮਿੱਠਾ। ਕਹਿੰਦੇ ਭਗਵਾਨ ਕਿੰਨਾ ਚਲਾਕ ਹੈ, ਤੁਹਾਨੂੰ ਬੱਕ-ਬੱਕੇ ਖਵਾਈ ਗਿਆ, ਇਹ ਖਾਇਆ ਕਰੋ। ਇੱਕੋ ਹੀ ਫਲ ਲੱਗਾ ਸੀ ਬਸ। ਕਹਿੰਦਾ ਅੱਧਾ ਖਾ ਲੈ, ਅੱਧਾ ਆਪਣੇ ਘਰ ਆਣ ਦੇ ਦੇ। ਉਹ ਮਾਇਆ ਸੀ, ਉਹਨੇ ਆਪਣਾ ਕੰਮ ਕੀਤਾ। ਇਹਨੂੰ ਕਹਿੰਦੇ ਮਾਇਆ। ਸਮਝ ਆ ਜਾਏ ਤੁਹਾਨੂੰ? ਮਾਇਆ ਕਹਿੰਦੇ ਆ ਰੁਪਈਏ ਪੈਸੇ ਨੂੰ ਮੇਰੀ ਮਾਇਆ ਨਹੀਂ ਸਮਝ ਲੈਣਾ। ਹਰ ਉਹ ਚੀਜ਼ ਜਿਹੜੀ ਸਾਨੂੰ ਰੱਬ ਨੂੰ ਭੁਲਾ ਦੇਵੇ, ਉਹਨੂੰ ਮਾਇਆ ਕਹਿੰਦੇ ਧਰਮ 'ਚ। ਉਹ ਚੀਜ਼, ਉਹ ਬੰਦਾ ਜਿਹੜਾ ਸਾਨੂੰ ਰੱਬ ਭੁਲਾ ਦੇਵੇ, ਉਹਨੂੰ ਧਰਮ 'ਚ ਕਹਿੰਦੇ ਨੇ ਮਾਇਆ। ਇੰਗਲਿਸ਼ ਉਹਨੂੰ ਕਹਿੰਦੇ ਸੈਟਨ। ਉਹ ਚਲੇ ਗਿਆ ਜੀ। ਇਹਨੇ ਜਿਹਨੂੰ ਐਡਮ ਆ ਗਿਆ। ਉਹ ਕਹਿੰਦੀ ਇੱਥੇ ਇੱਕ ਬੰਦਾ ਆਇਆ ਸੀ, ਗੱਲਾਂ ਬਾਤਾਂ ਕਰਦਾ ਰਿਹਾ। ਕਹਿੰਦਾ ਵੀ ਤੁਸੀਂ ਕੀ ਖਾਂਦੇ ਹੋ? ਮੈਂ ਕਿਹਾ ਜੀ ਅਸੀਂ ਆ ਫਲ ਖਾਂਦੇ। ਕਹਿ ਤੁਸੀਂ ਇਹਦਾ ਕਦੇ ਫਲ ਖਾਧਾ? ਮੈਂ ਕਿਹਾ ਜੀ ਨਾ ਜੀ, ਗੋਡ ਨੇ ਕਿਹਾ ਇਹਦਾ ਫਲ ਨਹੀਂ ਖਾਣਾ। ਉਹ ਕਹਿੰਦਾ ਬੀਬੀ ਸਭ ਤੋਂ ਮਿੱਠਾ ਫਲ ਇਹੀ ਹੈ। ਉਹ ਜੀ ਕਹੀ ਗਿਆ ਮੈਨੂੰ, ਮੈਂ ਖਾ ਲਿਆ। ਕਿ ਤੂੰ ਬਹੁਤ ਮਾੜਾ ਕੀਤਾ। ਜਦੋਂ ਪਰਮਾਤਮਾ ਨੇ ਕਿਹਾ ਸੀ ਨਹੀਂ ਖਾਣਾ, ਤੂੰ ਕਿਉਂ ਖਾਧਾ? ਕਹਿ ਜੀ ਤੁਸੀਂ ਖਾ ਕੇ ਤਾਂ ਵੇਖੋ, ਇਹ ਬਹੁਤ ਮਿੱਠਾ ਹੈ। ਉਹ ਵੀ ਕਹੀ ਗਈ ਉਹਨੂੰ ਵੀ ਖਾ ਕੇ ਤਾਂ ਦੇਖੋ। ਜੋ 5-7 ਵਾਰੀ ਕਿਹਾ ਉਹ ਵੀ ਮੰਨ ਗਿਆ। ਹੁਣ ਉਹਨੇ ਬਾਕੀ ਅੱਧਾ ਉਹਨੇ ਖਾ ਲਿਆ। ਖਾਂਦੇ ਸਾਰ ਉਹਨੂੰ ਗਿਆਨ ਹੋ ਗਿਆ ਕਿ ਮੈਂ ਬੰਦਾ ਅਤੇ ਇਹ ਜਨਾਨੀ ਹੈ ਅਤੇ ਅਸੀਂ ਨੰਗੇ ਹਾਂ। ਨਹੀਂ ਤਾਂ ਪਹਿਲਾਂ ਕੋਈ ਨਹੀਂ ਸੀ ਉਹਨੂੰ ਪਤਾ। ਇਹਨੇ 'ਚ ਨੂੰ ਭਗਵਾਨ ਆ ਗਿਆ। ਜਦੋਂ ਉਹਦੇ ਪੈਰਾਂ ਦਾ ਖੜਕਾ ਸੁਣਿਆ ਨਾ, ਭੱਜ ਕੇ ਝਾੜੀਆਂ ਦੇ ਉਹਲੇ ਲੁਕ ਗਏ, ਅਸੀਂ ਨੰਗੇ ਹਾਂ। ਭਗਵਾਨ ਕਹਿੰਦਾ ਉਹ ਐਡਮ, ਉਹ ਈਵ। ਉਹ ਚੁੱਪ। ਉਹ ਫਿਰ ਕਹਿੰਦਾ ਉਹ ਐਡਮ, ਉਹ ਈਵ, ਕਿੱਥੇ ਹੋ ਤੁਸੀਂ? ਫਿਰ ਚੁੱਪ। ਉਹ ਐਡਮ, ਉਹ ਈਵ, ਬੋਲਦੇ ਕਿਉਂ ਨਹੀਂ ਹੈਗੇ? ਕਿੱਥੇ ਹੋ ਤੁਸੀਂ? ਕਹਿੰਦੇ ਅਸੀਂ ਝਾੜੀਆਂ ਦੇ ਮਗਰ ਲੁਕੇ ਹੋਏ। ਤੁਸੀਂ ਝਾੜੀਆਂ ਦੇ ਮਗਰ ਕਿਉਂ ਲੁਕੇ ਹੋਏ ਹੋ? ਅਸੀਂ ਜੀ ਨੰਗੇ ਹਾਂ। ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਨੰਗੇ ਹੋ? ਬਾਹਰ ਆਓ। ਹੱਥਾਂ ਨਾਲ ਨੰਗੇਜ ਢੱਕ ਕੇ ਨਾ ਰੱਬ ਦੇ ਸਾਹਮਣੇ ਖਲੋਗੇ। ਰੱਬ ਕਹਿੰਦਾ ਅੱਛਾ ਤੁਸੀਂ ਇਹ ਫਲ ਖਾ ਲਿਆ ਹੁਣ? ਕਹਿੰਦੇ ਹਾਂ ਜੀ। ਕਿਉਂ ਖਾਧਾ? ਕਹਿੰਦੇ ਇੱਥੇ ਇੱਕ ਬੰਦਾ ਆਇਆ ਸੀ। ਕਹਿੰਦੇ ਬੰਦੇ ਨਾਲ ਕਿਆ ਮਤਲਬ ਹੈ? ਜਦੋਂ ਮੇਰਾ ਹੁਕਮ ਸੀ ਤੁਸੀਂ ਇਹ ਫਲ ਨਹੀਂ ਖਾਣਾ, ਤੁਸੀਂ ਕਿਉਂ ਖਾਧਾ? ਦੋਨਾਂ ਨੂੰ ਮਾਰਿਆ ਧੱਕਾ। ਕਹ ਜਾਓ ਦਫਾ ਹੋਵੋ। ਮਾਤ ਲੋਕ ਸੁੱਟਦੇ ਦੋਨੋਂ, ਜਿਸ ਲੋਕ 'ਚ ਅਸੀਂ ਰਹਿੰਦੇ। ਕਹ ਜੋ ਕਰੀ ਜਾਓ, ਭਰੀ ਜਾਓ। ਅਸੀਂ ਉਸ ਐਡਮ ਅਤੇ ਈਵ ਦੇ ਹੀ ਬੱਚੇ ਹਾਂ। ਬਸ ਕਰ ਰਹੇ ਹਾਂ ਅਤੇ ਭਰ ਰਹੇ ਹਾਂ। ਅੱਗੇ ਮੈਨੂੰ ਬਾਈਬਲ ਪੜ੍ਹਨ ਦੀ ਲੋੜ ਹੀ ਨਹੀਂ ਪਈ। ਮੈਂ ਬਸ ਜੋ ਮੈਨੂੰ ਗਿਆਨ ਚਾਹੀਦੇ ਸੀ ਮਿਲ ਗਏ। ਮੈਂ ਪਾਦਰੀ ਨੂੰ ਕਿਹਾ ਜੀ ਜੋ ਗੁਰਬਾਣੀ 'ਚ ਲਿਖਿਆ ਸੀ ਨਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦਾ ਮੈਨੂੰ ਗਿਆਨ ਹੋ ਗਿਆ। ਨਹੀਂ ਤਾਂ ਮੈਨੂੰ ਸਮਝ ਨਹੀਂ ਸੀ ਆ ਰਹੀ ਵੀ ਉਹਦਾ ਹੁਕਮ ਕੀ ਹੈ। ਮੈਂ ਆ ਤੁਹਾਡਾ ਬਹੁਤ ਕਹਿ ਬਾਕੀ ਪੜ੍ਹ ਲਓ। ਮੈਂ ਜੀ ਨਹੀਂ, ਬਸ ਮੈਨੂੰ ਇਹ ਨਹੀਂ ਬਹੁਤ ਹੈ। ਅਗਰ ਮੈਂ ਕਿਤੇ ਜ਼ਿੰਦਗੀ 'ਚ ਇਸ ਲਾਈਨ 'ਤੇ ਚੱਲ ਪਿਆ ਨਾ, ਮੇਰੀ ਜ਼ਿੰਦਗੀ ਕੁਛ ਹੋਰ ਹੋ ਜਾਏਗੀ। ਮੈਨੂੰ ਹੋਰ ਗਿਆਨ ਦੀ ਲੋੜ ਹੀ ਨਹੀਂ ਹੈਗੀ। ਇੱਕੋ ਹੀ ਬਹੁਤ ਹੈ। ਗਿਆਨ ਤਾਂ ਥੋੜ੍ਹਾ ਜਿਹਾ ਬਹੁਤ ਹੁੰਦਾ। ਕਿਤੇ ਜ਼ਿੰਦਗੀ 'ਚ ਚੱਲ ਪਈ ਉਸ 'ਤੇ, ਉਹਦੇ ਹੁਕਮ 'ਚ ਚੱਲਣਾ। ਜਿੰਨਾ ਚਿਰ ਹੁਕਮ 'ਤੇ ਚੱਲੇ, ਸੈਂਕੜੇ ਸਾਲ ਆਨੰਦ 'ਚ ਰਹੇ। ਜਿਉਂ ਹੀ ਹੁਕਮ ਤੋੜਿਆ, ਅਲੇ ਮਾਰਿਆ ਧੱਕਾ, ਸਵਰਗ 'ਚੋਂ ਕੱਢ ਕੇ ਮਾਤ ਲੋਕ ਦੇ ਸੁੱਟ ਤੱਕ। ਜਦ ਦਫਾ ਹੋ, ਕਰੀ ਜਾਓ, ਭਰੀ ਜਾਓ। ਤਾਂ ਗੁਰੂ ਮਹਾਰਾਜ ਕਹਿੰਦੇ
ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਜਦੋਂ ਪਰਮਾਤਮਾ ਦੇ ਹੁਕਮ ਦਾ ਪਤਾ ਲੱਗ ਜਾਏਗਾ ਨਾ, ਫਿਰ ਹੀ ਬੰਦਾ ਉਸ ਪਰਮਾਤਮਾ ਨੂੰ ਮਿਲ ਸਕਦਾ ਹੈ। ਮਹਿਲਾ ਦੂਜਾ। ਦਿਸੈ ਸੁਣੀਏ ਜਾਣੀਏ, ਸੌ ਨਾ ਪਾਇਆ ਜਾਏ। ਰੋਹਲਾ ਟੁੰਡਾ ਅੰਧਲਾ, ਕਿਉਂ ਗਲ ਲੱਗੈ ਧਾਏ। ਭੈ ਕੇ ਚਰਨ ਕਰ ਭਾਵ ਕੇ, ਧਿਆਨ ਰੱਖੋ ਕਿੱਥੇ ਰੁਕਣਾ। ਭੈ ਕੇ ਚਰਨ ਕਰ ਭਾਵ ਕੇ, ਲੋਇਨ ਸੁਰਤ ਕਰੇ। ਨਾਨਕ ਕਹੈ ਸਿਆਣੀਏ, ਇਵ ਕੰਤ ਮਿਲਾਵਾ ਹੋਏ। ਕਹਿੰਦੇ ਦਿਸੈ ਸੁਣੀਏ ਜਾਣੀਏ, ਸੌ ਨਾ ਪਾਏ। ਸੌ ਹੁੰਦਾ ਸਵਾਦ। ਪਰਮਾਤਮਾ ਇਸ ਕੁਦਰਤ ਰਾਹੀਂ ਦਿਸ ਵੀ ਰਿਹਾ, ਪਰਮਾਤਮਾ ਇਸ ਕੁਦਰਤ ਰਾਹੀਂ ਸਾਨੂੰ ਸੁਣ ਵੀ ਰਿਹਾ ਹੈ। ਕਿਉਂਕਿ ਕੁਦਰਤ ਦਿਸੈ ਕੁਦਰਤ ਸੁਣੀਆ ਆਉਂਦਾ। ਪਰਮਾਤਮਾ ਕੁਦਰਤ ਰਾਹੀਂ ਦਿਸ ਵੀ ਰਿਹਾ, ਕੁਦਰਤ ਰਾਹੀਂ ਸੁਣ ਵੀ ਰਿਹਾ ਹੈ। ਕੁਦਰਤ ਦੇ ਰਾਹੀਂ ਹੀ ਅਸੀਂ ਇਸ ਪਰਮਾਤਮਾ ਨੂੰ ਜਾਣ ਵੀ ਸਕਦੇ ਹਾਂ, ਪਰ ਸੌ ਨਾ ਪਾਇਆ ਜਾਏ। ਪਰ ਉਹਦੇ ਜਾਣਨ ਦਾ ਜਿਹੜਾ ਸਵਾਦ ਹੈ ਨਾ, ਉਹ ਨਹੀਂ ਪ੍ਰਾਪਤ ਹੁੰਦਾ। ਸਵਾਦ ਤੇ ਤਾਂ ਹੈ ਕਿ ਜਦੋਂ ਅੱਖਾਂ ਨਾਲ ਵੇਖ ਲਈਏ ਉਹਨੂੰ, ਠੀਕ ਹੈ। ਕੁਦਰਤ ਦੇ ਰਾਹੀਂ ਉਹ ਸਾਨੂੰ ਦਿਸਦਾ ਹੈ। ਕੁਦਰਤ ਵੀ ਉਸੇ ਦੀ ਬਣਾਈ ਹੋਈ ਹੈ। ਪਰਮਾਤਮਾ ਆਪਣੀ ਕੁਦਰਤ ਦੇ ਵਿੱਚ ਹੀ ਹੈ। ਪਰਮਾਤਮਾ ਨੇ ਜੋ ਬਣਾਇਆ ਉਹਦੇ ਵਿੱਚ ਹੀ ਹੈ। ਪਰ ਕਹਿੰਦੇ ਇਸ ਤਰ੍ਹਾਂ ਜਾਣਨ ਨਾਲ ਵੀ ਸਵਾਦ ਨਹੀਂ ਆਉਂਦਾ। ਰੋਹਲਾ ਟੁੰਡਾ ਅੰਧਲਾ, ਕਿਉਂ ਗੱਲ ਲੱਗੈ ਧਾਏ। ਰੋਹਲਾ ਲੂਲੇ ਨੂੰ ਕਹਿੰਦੇ ਨੇ, ਜਿਹਦੇ ਨਾ ਹੱਥ ਕੰਮ ਕਰਨ ਨਾ ਪੈਰ ਕੰਮ ਕਰਨ, ਉਹਨੂੰ ਲੂਲਾ ਕਹਿੰਦੇ, ਉਹਨੂੰ ਕਹਿੰਦੇ ਰੋਹਲਾ। ਟੁੰਡਾ ਦੇ ਜਿਹਦੀ ਬਾਹਾਂ ਨਾ ਹੋਣ, ਵੱਡੀਆਂ ਹੋਈਆਂ ਹੋਣ, ਕਹਿੰਦੇ ਜੀ ਟੁੰਡਾ ਜੀ। ਅੰਧਲਾ ਜਿਹੜਾ ਅੰਨਾ ਹੋਵੇ। ਜਿਹੜਾ ਰੋਹਲਾ ਹੈ, ਟੁੰਡਾ ਹੈ, ਅੰਨਾ ਹੈ, ਕਿਉਂ ਗੱਲ ਲੱਗੈ ਧਾਏ। ਉਹ ਦੌੜ ਕੇ ਕਿਵੇਂ ਗੱਲ ਲੱਗ ਸਕਦਾ, ਕਿਵੇਂ ਮਿਲ ਸਕਦਾ ਹੈ। ਹੁਣ ਧਿਆਨ ਦਿਓ, ਕੀ ਅਸੀਂ ਰੋਹਲੇ ਹਾਂ? ਕੀ ਸਾਡੀਆਂ ਲੱਤਾਂ ਪੈਰ ਨਹੀਂ ਹੈਗੇ? ਲੱਤਾਂ ਪੈਰ ਤੇ ਹਨ, ਪਰ ਜਿਵੇਂ ਉੱਤੋਂ ਪਹਿਲਾਂ ਹੈ ਕਿ ਨਾ, ਬਿਨਾਂ ਪੈਰਾਂ ਚੱਲਣਾ, ਬਿਨਾਂ ਅੱਖਾਂ ਦੇਖਣਾ। ਇਹ ਜਿਹੜੀ ਆਹ ਲੱਤਾਂ ਜਿਹਨੇ ਰੱਬ ਨੇ ਸਾਨੂੰ ਲਾਈਆਂ ਨਾ, ਇਹ ਤੇ ਲਾਈਆਂ ਸੀ ਤੁਸੀਂ ਇਸ ਲੱਤਾਂ ਨਾਲ ਰੱਬ ਨੂੰ ਮਿਲਣ ਜਾਣਾ ਹੈ, ਰੱਬ ਦੇ ਦਰ 'ਤੇ ਜਾਣਾ ਹੈ। ਹੱਥ ਲਾਏ ਸਨ ਤੁਸੀਂ ਗੁਰੂ ਦੀ ਸੇਵਾ ਕਰਨੀ ਹੈ, ਉਹ ਅਸੀਂ ਕਰਦੇ ਨਹੀਂ। ਅਸੀਂ ਇਸ ਲਈ ਲੂਲੇ ਹਾਂ, ਟੁੰਡੇ ਹਾਂ। ਸਾਡੇ ਹੱਥ ਵੱਡੇ ਹੋਏ ਨੇ, ਭਾਵ ਅਸੀਂ ਇਹਨਾਂ ਹੱਥਾਂ ਨਾਲ ਕੋਈ ਸੇਵਾ ਨਹੀਂ ਕਰਦੇ, ਕੋਈ ਪੁੰਨ ਦਾ ਕੰਮ ਨਹੀਂ ਕਰਦੇ, ਇਸ ਲਈ ਅਸੀਂ ਟੁੰਡੇ ਹਾਂ। ਅੰਨ ਅਸੀਂ ਅੱਖਾਂ ਨਾਲ ਸਭ ਦੇ ਵਿੱਚ ਪਰਮਾਤਮਾ ਵੇਖਣਾ ਸੀ, ਉਹ ਅਸੀਂ ਵੇਖਦੇ ਨਹੀਂ, ਇਸ ਲਈ ਅੰਨੇ। ਇਸ ਲਈ ਅਸੀਂ ਕਿਵੇਂ ਰੱਬ ਨੂੰ ਮਿਲ ਸਕਦੇ? ਅਸੀਂ ਰੱਬ ਨੂੰ ਨਹੀਂ ਮਿਲ ਸਕਦੇ। ਫਿਰ ਕਿਵੇਂ ਮਿਲ ਸਕਦੇ? ਕਹਿੰਦੇ ਭੈ ਕੇ ਚਰਨ। ਪਰਮਾਤਮਾ ਦੇ ਡਰ ਵਿੱਚ ਰਹਿਣਾ, ਇਹਨੂੰ ਚਰਨ ਬੜਾ। ਜਦੋਂ ਵੀ ਨਾ ਪੈਰਾਂ ਨਾਲ ਚੱਲੇ ਤੂੰ ਪਰਮਾਤਮਾ ਡਰ ਕੇ ਚੱਲੀ ਕਿ ਮੈਂ ਕਿੱਧਰ ਨੂੰ ਜਾ ਰਿਹਾ, ਮੇਰੇ ਪੈਰ ਕਿੱਧਰ ਨੂੰ ਜਾ ਰਹੇ ਨੇ। ਕਿਤੇ ਚੋਰੀ ਕਰਨ 'ਤੇ ਨਹੀਂ ਜਾ ਰਹੇ, ਕਿਤੇ ਠੇਕੇ 'ਤੇ ਤਾਂ ਨਹੀਂ ਜਾ ਰਹੇ, ਕਿਤੇ ਬਦਮਾਸ਼ੀ ਕਰਨ 'ਤੇ ਨਹੀਂ ਜਾ ਰਹੇ। ਭੈ 'ਚ ਰਹਿਣਾ। ਪਰਮਾਤਮਾ ਦੇ ਭੈ ਨੂੰ ਕਹਿੰਦੇ ਆਪਣੇ ਚਰਨ ਬਣਾਓ। ਕਰ ਹੁੰਦਾ ਹੱਥ, ਕਰ ਭਾਵ ਕੇ ਰੱਬੀ ਪਿਆਰ ਨੂੰ ਆਪਣੇ ਹੱਥ ਬਣਾਓ। ਇਹਨਾਂ ਹੱਥਾਂ ਨਾਲ ਗੁਰੂ ਦੀ, ਰੱਬ ਦੀ ਸੇਵਾ ਕਰਨੀ। ਸੋ ਜਿਹੜੇ ਹੱਥ ਨੇ ਇਹ ਰੱਬੀ ਪਿਆਰ ਦੇ ਹੋਣੇ ਚਾਹੀਦੇ। ਰੱਬੀ ਪਿਆਰ ਨੂੰ ਹੱਥ ਬਣਾਓ। ਲੋਇਨ ਅੱਖਾਂ, ਲੋਇਨ ਸੁਰਤ ਕਰੇ। ਅਤੇ ਜਿਹੜੀ ਸਾਡੀ ਅੱਖਾਂ ਨੇ ਇਹਨਾਂ ਦਾ ਹਮੇਸ਼ਾ ਖਿਆਲ ਪਰਮਾਤਮਾ ਵੱਲ ਹੋਵੇ। ਇਹ ਹਰ ਇੱਕ ਦੇ 'ਚ ਪਰਮਾਤਮਾ ਨੂੰ ਵੇਖਣ। ਕਹਿੰਦੇ ਇਸ ਤਰ੍ਹਾਂ ਸਾਡੀ ਅੱਖਾਂ ਹੋਣੀ ਚਾਹੀਦੀਆਂ। ਨਾਨਕ ਕਹੈ ਸਿਆਣੀਏ, ਗੁਰੂ ਮਹਾਰਾਜ ਕਹਿੰਦੇ ਹੈ ਸਿਆਣੀਏ, ਇਹ ਕੰਤ ਮਿਲਾਵਾ ਹੋਏ, ਤਾਂ ਤੂੰ ਆਪਣੇ ਪ੍ਰਭੂ ਪਤੀ ਨੂੰ ਮਿਲ ਸਕਦੀ ਹੈ। ਜੇ ਪਰਮਾਤਮਾ ਦੇ ਡਰ ਕੇ ਤੁਰੇ, ਪਰਮਾਤਮਾ ਦੇ ਪਿਆਰ 'ਚ ਆ ਕੇ ਕਰਮ ਕਰੇ, ਅਤੇ ਪਰਮਾਤਮਾ ਦੇ ਪਿਆਰ 'ਚ ਆ ਕੇ ਹਰ ਪਾਸੇ ਪਰਮਾਤਮਾ ਨੂੰ ਵੇਖੇ, ਤਾਂ ਤੂੰ ਪਰਮਾਤਮਾ ਨੂੰ ਮਿਲ ਸਕਦੀ ਹੈ। ਸਤਿਕਾਰਯੋਗ ਸਾਧ ਸਿੰਘ, ਦੋ ਬੇਨਤੀਆਂ ਕਰਨੀਆਂ ਨੇ।
ਇੱਕ ਤਾਂ ਹੈ ਵੀ ਕੱਲ੍ਹ ਤੋਂ ਜਿਹੜੀ ਸੰਥਿਆ ਹੈ ਉਹ 2 ਟਾਈਮ ਹੋਵੇਗੀ, ਜੇ ਪਿੱਛੇ ਵੀ 2 ਟਾਈਮ ਕਰ ਦਿੱਤੇ ਸੀ, ਸਵੇਰੇ ਅਤੇ ਸ਼ਾਮ। ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ, ਸ਼ਾਮ ਨੂੰ 6 ਤੋਂ ਲੈ ਕੇ 7 ਤੱਕ। ਜਿਨ੍ਹਾਂ ਦੀ ਮਰਜ਼ੀ ਹੈ ਸਵੇਰੇ ਆਓ, ਜਿਨ੍ਹਾਂ ਦੀ ਮਰਜ਼ੀ ਹੈ ਸ਼ਾਮ ਨੂੰ ਆਓ। ਉਹਦਾ ਦੂਹਰਾ ਫਾਇਦਾ ਇਸ ਲਈ ਸੋਚਿਆ ਸੀ ਵੀ ਨੇੜੇ ਨੇੜੇ ਨਾ ਸਾਨੂੰ ਬਹਿਣਾ ਪਵੇ। ਇਸ ਪੁਆਇੰਟ ਤੋਂ 2 ਹਿੱਸਿਆਂ 'ਚ ਕਰਤੇ ਸੀ, ਕਿਉਂ 50-60 ਦੇ ਨੇੜੇ ਵਿਦਿਆਰਥੀ ਸਨ ਜਿਹੜੇ ਸੰਥਿਆ ਲੈਣ ਆਉਂਦੇ ਸਨ, ਅਤੇ ਵੀ ਤਾਂ ਜੋ ਨਾਲ ਨਾ ਬੈਠਣ, ਕਰੋਨਾ ਤੋਂ ਬਚਾ ਰਹੇ, ਇਸ ਲਈ 2 ਹਿੱਸਿਆਂ 'ਚ ਵੰਡ ਦਿੱਤਾ ਗਿਆ ਸੀ। ਸੋ ਜਿਨ੍ਹਾਂ ਨੇ ਸਵੇਰੇ ਸੰਥਿਆ ਲੈਣੀ ਉਹ ਸਵੇਰੇ 6 ਤੋਂ 7 ਆ ਸਕਦੇ ਨੇ, ਜਿਨ੍ਹਾਂ ਸ਼ਾਮ ਨੂੰ ਸੰਥਿਆ ਲੈਣੀ ਉਹ ਸ਼ਾਮ ਨੂੰ 6 ਤੋਂ 7 ਆ ਸਕਦੇ। ਜਿਨ੍ਹਾਂ ਨੇ ਬਈ ਇੱਥੇ ਗੁਰਦੁਆਰਾ ਸਾਹਿਬ ਆ ਕੇ ਕਥਾ ਸੁਣਨੀ ਹੈ ਉਹ ਗੁਰਦੁਆਰਾ ਸਾਹਿਬ ਆ ਕੇ ਕਥਾ ਸੁਣ ਸਕਦੇ ਹੋ। ਤੁਹਾਡੀ ਮਰਜ਼ੀ ਹੈ ਘਰ ਸੁਣ ਲਓ, ਤੁਹਾਡੀ ਮਰਜ਼ੀ ਹੈ ਇੱਥੇ ਆ ਕੇ ਸੁਣ ਲਓ। ਸੋ ਯਾਦ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।